हेलो हेलो। हेलो हेलो जी। हेलो। ठीक। हेलो। Checking. हेलो। Hello. Hello. Okay. जी। अस्सलाम Okay. वालेकुम। अ, जी, अगर इजाज़त होए तो शुरू करिए जी। बिस्मिल्लाह। मेरी गुजारिश है कि कुछ पलों वास्ते इस हॉल दी लाइट नो बंद कर दिता जाए जी। बिस्मिल्लाहिर्रहमानिर्रहीम, अस्सलाम वालेकुम, सत श्री अकाल। सोहने पाकिस्तान नो, सोहने पंजाब नो, मुश्तरका चढ़दे ते लਹਿੰਦੇ पंजाब नो दिल दीआं गहराइयां तो नतमस्तक हुंदा सजदा करदा ਤੁਹਾਡਾ ਸਾਰਿਆਂ ਦਾ ਇਸ ਸਾਂਝੇ ਪੰਜਾਬ ਦੇ ਸੈਸ਼ਨ ਦੇ ਵਿੱਚ ਇਸਤਕਬਾਲ ਕਰਦਾ, ਖੁਸ਼ਾਮਦੀਦ ਕਹਿਣਾ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਕਿ ਅੱਜ ਦਾ ਦਿਨ ਫੈਜ਼ ਮੇਲੇ ਦੇ 6ਵੇਂ ਫੈਜ਼ ਮੇਲੇ ਦੇ ਅੱਜ ਦੇ ਦਿਨ ਦਾ ਇਹ ਦਿਨ ਤਵਾਰੀਖੀ ਦਿਨ ਬਣੇਗਾ ਜਦੋਂ ਤੁਹਾਡੀਆਂ ਸ਼ਮੂਲੀਅਤ ਰੂਹਾਂ ਦੇ ਨਾਲ ਇੱਕ ਨਵਾਂ ਪੰਜਾਬ ਸਿਰਜਿਆ ਜਾਏਗਾ, ਇੱਕ ਨਵੇਂ ਪੰਜਾਬ ਦੀ, ਇੱਕ ਨਵੇਂ ਪੰਜਾਬ ਦੀ ਸੋਚ ਦੀ ਤਾਮੀਰ ਹੋਏਗੀ ਔਰ ਇਹ ਮਸ਼ਾਲ ਤੁਹਾਡੇ ਸਾਰਿਆਂ ਦੇ ਹੱਥੀ ਚੱਲ ਕੁੱਲ ਕਾਇਨਾਤ ਨੂੰ ਉਸ ਪੰਜਾਬੀ ਜ਼ੁਬਾਨ, ਉਸ ਪੰਜਾਬੀ ਵਿਰਾਸਤ, ਉਸ ਪੰਜਾਬੀ ਅਦਬ ਦੇ ਨਾਲ ਜੋੜਨ ਦੇ ਵਿੱਚ ਇੱਕ ਪੁਲ ਦਾ ਕੰਮ ਕਰੇਗੀ। ਤੁਹਾਡੇ ਸਾਹਮਣੇ ਇਸ ਸੈਸ਼ਨ ਦੇ ਵਿੱਚ ਅੱਜ ਸਾਡੇ ਨਾਲ ਦੋ ਪੰਜਾਬ, ਜਿਵੇਂ ਮੈਂ ਦੱਸਿਆ, ਚੜ੍ਹਦਾ ਤੇ ਲਹਿੰਦਾ ਜੁੜੇ ਨੇ। ਚੜ੍ਹਦੇ ਪੰਜਾਬ ਤੋਂ ਮੇਰੀ ਬਾਈਂ ਜਾਨਬ ਖੱਬੇ ਪਾਸੇ ਮਾਝਾ ਹਾਊਸ ਦੇ ਫਾਊਂਡਰ ਪ੍ਰੀਤੀ ਗਿੱਲ ਨੇ। ਮੈਂ ਇਹਨਾਂ ਦਾ ਤਾਰੁਫ, ਰਸਮੀ ਤਾਰੁਫ ਕਰਾਉਣਾ। ਪ੍ਰੀਤੀ ਗਿੱਲ ਤੇ ਅਖੀਰ ਦੇ ਉੱਤੇ ਬੈਠੇ ਨੇ ਕੁਲਮਿੰਦਰ ਗਿੱਲ, ਜਿਨ੍ਹਾਂ ਨੂੰ ਅਸੀਂ ਗੁੱਗੂ ਗਿੱਲ ਕਹਿੰਦੇ ਆ। ਇਹ ਦੋਵੇਂ ਇਹਨਾਂ ਨੇ ਅੰਮ੍ਰਿਤਸਰ ਦੀ ਉਸ ਧਰਤੀ ਦੇ ਵਿੱਚ ਜਿਹੜੀ ਮਾਝੇ ਦੇ ਹਿੱਸੇ ਆਉਂਦੀ ਹੈ, ਪੰਜਾਬ ਨੂੰ 5 ਦਰਿਆਵਾਂ ਦੇ ਨਾਲ ਜੇ ਜੋੜਿਆ ਗਿਆ ਤੇ 5 ਖਿੱਤੇ ਵੀ ਆਏ, ਮਾਝਾ, ਮਾਲਵਾ, ਦੁਆਬਾ, ਪਹਾੜ ਤੇ ਝੰਗ। ਮਾਝੇ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ, ਲਾਹੌਰ ਮਾਝੇ ਦਾ ਹਿੱਸਾ, ਗੁਜਰਾਂਵਾਲਾ, ਸਿਆਲਕੋਟ। ਮੇਰੀ ਪਹਿਲਾਂ ਗੁਜ਼ਾਰਿਸ਼ ਹੈ ਕਿ ਜੇ ਕਿਸੇ ਦਾ ਕੋਈ ਫੋਨ ਔਨ ਹੈ ਤੇ ਉਹਨੂੰ ਕਾਈਂਡਲੀ ਸਵਿਚ ਆਫ ਕਰ ਲੈਣਾ। ਅੰਮ੍ਰਿਤਸਰ, ਲਾਹੌਰ, ਗੁਜਰਾਂਵਾਲੇ, ਸਿਆਲਕੋਟ, ਗੁਰਦਾਸਪੁਰ, ਪਠਾਨਕੋਟ ਦੀ ਧਰਤੀ ਜਿਹੜੀ ਮਾਝੇ ਦੇ ਹਿੱਸੇ ਆਉਂਦੀ, ਉਸ ਮਾਝੇ ਦੀ ਧਰਤੀ ਤੇ ਇੱਕ ਖੂਬਸੂਰਤ ਬੀ ਬੋਇਆ ਲਿਟਰੇਚਰ ਨੂੰ ਲੈ ਕੇ, ਆਰਟ ਨੂੰ ਲੈ ਕੇ, ਕਲਚਰ ਨੂੰ ਲੈ ਕੇ, ਔਰ ਆਪਣਾ ਕੰਪਲੀਟ ਘਰ ਡੈਡੀਕੇਟ ਕਰ ਦਿੱਤਾ। ਉਸ ਦਾ ਨਾਮ ਬਿੱਲੂ ਹਾਊਸ ਹੋਇਆ ਕਰਦਾ ਸੀ, ਹੁਣ ਉਹ ਮਾਝਾ ਹਾਊਸ ਹੋ ਕੇ ਉਹ ਡੈਡੀਕੇਟ ਹੋ ਗਿਆ ਆਰਟ ਐਂਡ ਕਲਚਰ ਦੀ ਪ੍ਰਮੋਸ਼ਨ ਵਾਸਤੇ। ਪਿਛਲੇ 4 ਸਾਲਾਂ ਤੋਂ ਕੋਈ 400 ਤੋਂ ਜ਼ਿਆਦਾ ਅਸੀਂ ਪ੍ਰੋਗਰਾਮਸ ਅਦਬੀ ਲਿਹਾਜ਼ ਦੇ ਨਾਲ ਕਰ ਚੁੱਕੇ ਹਾਂ, ਜਿਹਦੇ ਵਿੱਚ ਇਸ ਵੇਲੇ ਮਾਝਾ ਹਾਊਸ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਪਹਿਚਾਣ ਰੱਖਦਾ ਹੈ। ਪ੍ਰੀਤੀ ਗਿੱਲ ਆਪਣੇ ਆਪ ਇੱਕ ਲਿਟਰੇਰੀ ਏਜੰਟ ਨੇ, ਰਾਈਟਰ ਨੇ, ਐਡੀਟਰ ਨੇ, ਕਿਤਾਬਾਂ ਦੇ ਮੁਸੰਨਫ ਨੇ ਔਰ ਭੋਪਾਲ ਦੀ ਧਰਤੀ ਤੋਂ ਪੈਦਾ ਹੋਏ, ਲੇਕਿਨ ਪੰਜਾਬੀ ਜ਼ੁਬਾਨ ਦੇ ਨਾਲ ਇੱਕ ਗੂੜੀ ਨੇੜਤਾ ਰੱਖਦੇ ਨੇ। ਇਹਦੇ ਬਾਰੇ ਗੱਲਬਾਤ 'ਚ ਕਰਾਂਗੇ। ਪ੍ਰੀਤੀ ਗਿੱਲ ਅੱਗੇ ਮੇਰੇ ਬੈਠੇ ਨੇ, ਮੇਰੇ ਵੱਡੇ ਦੋਸਤ, ਮੇਰੇ ਵੱਡੇ ਮਿੱਤਰ, ਭਾਈ, ਮੇਰੇ ਮੈਂਟੋਰ। ਤੇ ਅਸੀਂ ਜੇ ਅਦਾਕਾਰੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਕੋਈ ਨਾਮ ਤੋਂ ਨਾ ਵਾਕਿਫ ਹੋਏ ਕੁੱਲ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਗਲਤ ਹੋਏਗਾ। ਸ਼ਾਹਿਦ ਨਦੀਮ ਸਾਹਿਬ, ਅਜੋਕਾ ਥੀਏਟਰ ਦੇ ਨਾਲ ਮੇਰੀ ਵਾਬਸਤਗੀ ਪਿਛਲੇ ਤਕਰੀਬਨ 30 ਸਾਲ ਤੋਂ, ਔਰ ਅਸੀਂ ਨੌ ਤੇ ਮਾਸ ਦੇ ਰਿਸ਼ਤੇ ਵਾਂਗੂ ਰਲ ਕੰਮ ਕਰਦੇ ਰਹੇ। ਦੀਪ ਸਈਦਾ ਸਾਹਿਬਾ, ਮੇਰੀ ਵੱਡੀ ਭੈਣ, ਇੱਕ ਸੋਸ਼ਲ ਐਕਟਿਵਿਸਟ, ਪੰਜਾਬੀ ਜ਼ੁਬਾਨ, ਪੰਜਾਬੀ ਮਾਂ ਬੋਲੀ, ਪੰਜਾਬੀ ਵਿਰਾਸਤ ਦੇ ਵਾਸਤੇ
ਜਿੰਨਾ ਕੰਮ ਇਹਨਾਂ ਨੇ ਕੀਤਾ ਸ਼ਾਇਦ ਅੱਜ ਅਸੀਂ ਇਹਨਾਂ ਦੇ ਕੰਮ ਨੂੰ ਉਸ ਲਿਹਾਜ਼ ਨਾਲ ਹਾਲੇ ਨਾ ਸਮਝ ਸਕੀਏ, ਲੇਕਿਨ ਮੈਂ ਇਹਨਾਂ ਦੇ ਹੁੰਦਿਆਂ ਇਹ ਗੱਲ ਕਹਿ ਰਿਹਾ ਕਿ ਇਹ ਜਿਉਂਦੇ ਰਹਿਣ ਔਰ ਇਹਨਾਂ ਦਾ ਹੱਥ ਸਾਡੇ ਸਾਰਿਆਂ ਦੇ ਸਿਰਾਂ ਤੇ ਬਣਿਆ ਰਵੇ, ਸ਼ਾਲਾ ਆਮੀਨ ਬਣਿਆ ਰਵੇ। ਪਰ ਇਹਨਾਂ ਦੇ ਜਾਣ ਤੋਂ ਬਾਅਦ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਘੱਟੋ ਘੱਟ 100 ਰਿਸਰਚ ਕੱਲੀ ਇਸ ਲੇਡੀ ਦੇ ਉੱਤੇ, ਇਸ ਵਿਰਾਸਤ ਨੂੰ ਲੈ ਕੇ ਜਿਹੜੀ ਮਸ਼ਾਲ ਫੜ ਕੇ ਇਹ ਚੱਲੀ ਹੈ, ਇਹਦੇ ਉੱਤੇ ਹੋਣਗੀਆਂ ਔਰ ਇਹ ਇੰਸਟੀਟਿਊਸ਼ਨ ਬਣਨਗੇ। ਡਾਕਟਰ ਸਰਬਜੋਤ ਬਹਿਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ 1969 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਕੀਤੀ ਗਈ, ਉਹਦੇ ਡਿਪਾਰਟਮੈਂਟ ਆਫ ਆਰਕੀਟੈਕਚਰ ਦੇ ਹੈੱਡ ਆਫ ਦੀ ਡਿਪਾਰਟਮੈਂਟ ਨੇ, ਆਪ ਆਰਕੀਟੈਕਟ ਨੇ, ਡੀਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਔਰ ਇੱਕ ਅੱਛੇ ਪੋਇਟ ਨੇ ਔਰ ਮਾਝਾ ਹਾਊਸ ਦੇ ਸਾਡੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਨੇ। ਗੁੱਗੂ ਗਿੱਲ ਜਿਸ ਤਰ੍ਹਾਂ ਮੈਂ ਨਾਂ ਲਿਆ, ਗੁੱਗੂ ਗਿੱਲ ਇਸ ਕਰਕੇ ਬਹੁਤ ਕਾਮਨ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਬੜਾ ਮਸ਼ਹੂਰ ਕਿਰਦਾਰ, ਲੇਕਿਨ ਗੁੱਗੂ ਗਿੱਲ, ਕੁਲਮਿੰਦਰ ਗਿੱਲ ਉਸ ਫੈਮਿਲੀ 'ਚੋਂ ਆਉਂਦੇ ਨੇ ਜਿਨ੍ਹਾਂ ਨੇ ਆਪਣਾ ਆਪ ਤੇ ਆਪਣਾ ਆਪਾ ਇਸ ਮੁਲਕ ਲਈ ਨਹੀਂ, ਇਸ ਬਰਾਏ ਸਗੀਰ ਵਾਸਤੇ ਵਾਰਿਆ। ਪਹਿਲੀ ਵਰਲਡ ਵਾਰ, ਫਿਰ ਸੈਕੰਡ ਵਰਲਡ ਵਾਰ, ਇਹਨਾਂ ਦੇ ਵੱਡੇ ਗ੍ਰੇਟ ਗ੍ਰੈਂਡਫਾਦਰ, ਫਿਰ ਗ੍ਰੈਂਡਫਾਦਰ, ਫਿਰ ਇਹਨਾਂ ਦੇ ਬ੍ਰਦਰ, ਫਿਰ ਇਹਨਾਂ ਦੇ ਫਾਦਰ, ਉਹਨਾਂ ਨੇ ਇਸ ਖਿੱਤੇ ਨੂੰ ਬਚਾਉਣ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ। ਔਰ ਪਾਇਲਟ ਨੇ, ਪੋਲੋ ਪਲੇਅਰ ਨੇ, ਪਰ ਮੇਰਾ ਖਿਆਲ ਜੇ ਅਸੀਂ ਸਾਰੇ ਰਲ ਕੇ ਲਿਟਰੇਚਰ ਦੀ ਗੱਲ ਕਰੀਏ ਤੇ ਇਕੱਲੇ ਗੁੱਗੂ ਗਿੱਲ ਸਾਡੇ ਸਾਰਿਆਂ ਤੋਂ ਸਰੇ ਫਹਿਰਿਸਤ ਲੈ ਜਾਂਦੇ ਨੇ। ਸੋ ਇਸ ਪੈਨਲ ਦੇ ਵਿੱਚ ਸਾਂਝੇ ਪੰਜਾਬ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਇਸਤਕਬਾਲ ਕਰਦਾ, ਜੀ ਆਇਆਂ ਕਹਿਣਾ, ਤੇ ਕੁਝ ਝਲਕੀਆਂ ਤੁਹਾਡੇ ਨਾਲ ਅਸੀਂ ਮਾਝਾ ਹਾਊਸ ਜਿਹੜਾ ਅਸੀਂ ਹੁਣ ਤੱਕ ਕੰਮ ਕੀਤਾ ਹੈ, 1.5-2 ਮਿੰਟ ਦੀ ਉਹ ਪੇਸ਼ਕਾਰੀ ਹੈ, ਤੇ ਫਿਰ 1.5-2 ਮਿੰਟ ਦੀ ਪੇਸ਼ਕਾਰੀ ਅਜੋਕਾ ਦੀ, ਤੇ ਫਿਰ ਉਸ ਤੋਂ ਬਾਅਦ ਅਸੀਂ ਉਸ ਮੌਜੂ ਦੇ ਉੱਤੇ ਆਵਾਂਗੇ ਜਿਸ ਬਾਰੇ ਅਸੀਂ ਅੱਜ ਗੱਲ ਕਰਨ ਵਾਸਤੇ ਬੈਠੇ ਹਾਂ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਕਿ ਉਹ PPT ਜਿਹੜੀ ਹੈ ਉਹ ਸ਼ੁਰੂ ਕਰ ਦੇਣ, ਤੇ ਕਾਈਂਡਲੀ ਕੁਝ ਦੇਰ ਵਾਸਤੇ ਜੇ ਤੁਹਾਨੂੰ ਕਲੈਰਿਟੀ ਹੈ ਇਹਦੀ ਤੇ ਜੀ। ਹੋਏ ਉਹਨਾਂ ਰੂਹਾਂ ਦਾ ਹੋਏ ਉਹਨਾਂ ਰੂਹਾਂ ਦਾ ਹੋਣਾ ਏ ਸੁਨੇਹਾ ਕੋਈ, ਹੋਏ ਨਾ ਖ਼ਾਬਾਂ ਨੇ ਦਿਲ ਸਾਡਾ ਮੋਲਿਆ ਉਹਨਾਂ ਰੂਹਾਂ ਦਾ ਹੋਣਾ ਏ ਸੁਨੇਹਾ ਕੋਈ, ਇਹਨਾਂ ਖ਼ਾਬਾਂ ਨੇ ਦਿਲ ਸਾਡਾ ਮੋਲਿਆ ਏ। ਹੋਏ ਨਾ ਵੇੜਿਆਂ ਤੋਂ ਲੰਘੀਆਂ, ਹੋਏ ਨਾ ਵੇੜਿਆਂ ਤੋਂ ਲੰਘੀਆਂ ਹਵਾ, हम आए सुबह बनारस की रोशनी लेकर, हिमालय की हवाओं की ताजगी लेकर, और उसके बाद ये पूछे कि कौन दुश्मन। If you open the Wagah border, there will be traffic jam. And I could just imagine both of them sharing that Wagah kholo to sahi traffic jam ho jave. ਅੱਜ ਦਾ ਜਿਹੜਾ ਸੈਸ਼ਨ ਹੈ ਉਹ ਵਰਲਡ ਵਾਰ 1 ਤੇ ਸੋਲਜਰੀ ਔਰ ਪੰਜਾਬ ਦੇ ਉੱਤੇ ਹੈ, ਤੇ ਸਾਡੇ ਪੰਜਾਬੀਆਂ ਦੇ ਲਾਸਟ ਕਲਾਸਿਕਲ ਪੋਇਟ ਜਿਹੜਾ ਮੀਆਂ ਮੁਹੰਮਦ ਬਖਸ਼ ਨੇ ਆਖਿਆ ਕਿ ਹਿਜਰ ਤੇਰਾ ਜੇ ਪਾਣੀ ਮੰਗੇ ਤੇ ਮੈਂ ਖੂਹ ਨੈਣਾ ਦੇ ਗੇੜਾ, ਜੀ ਕਰਦਾ ਤੈਨੂੰ ਕੋਲ ਬਿਠਾ ਕੇ ਮੈਂ ਦਰਦ ਪੁਰਾਣੇ ਛੇੜ। ਤੇ ਬਾਕੀ ਬੜੀ ਵੱਡੀ ਗੱਲ ਹੈ, ਦੁਬਾਰਾ ਇੱਕ ਜਿਹੜੀ ਚੀਜ਼ ਵੱਖਰੀ ਹੋਈ ਸੀ ਉਹਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਬੜੀ ਖੁਸ਼ੀ ਦੀ ਗੱਲ ਹੈ। ਇਹ ਵੈਸੇ ਕਦੀ ਹੋਇਆ ਨਹੀਂ ਸਾਡਾ ਮਿਲਣੀ ਚੋਂ ਨਿਕਲੀ ਹੈ ਕਿ ਅਸੀਂ ਹੋਰ ਨਹੀਂ ਤੇ ਕੁਝ ਇੱਕ ਦੂਜੇ ਦਾ ਲਿਖਿਆ ਵੱਧ ਤੋਂ ਵੱਧ ਪੜ੍ਹ ਸਕੀਏ, ਕਿ ਸਾਡੀ ਜ਼ੁਬਾਨ ਦੀ ਜਿਹੜੀ ਸਾਂਝ ਹੈ ਉਹਦੇ ਤੇ ਜ਼ੋਰ ਦੇਣ ਦੀ ਲੋੜ ਹੈ, ਉਹਨੂੰ ਉਹਦਾ ਘੇਰਾ ਹੋਰ ਵਧਾਉਣ ਦੀ ਲੋੜ ਹੈ,
ਤੇ ਜਿਹੜਾ ਵਖਰੇਵਾ ਹੈ ਉਹ ਜਿਹੜਾ ਪਾੜਾ ਪੈ ਗਿਆ ਹੋਇਆ ਉਹਨੂੰ ਘਟਾਉਣ ਦੀ ਇੱਕ ਅਦਾਰਾ ਕੋਈ ਇਸ ਤਰ੍ਹਾਂ ਦਾ ਬਣ ਜਾਏ ਜਿਹੜਾ ਕਿ ਚੜ੍ਹਦੇ ਔਰ ਲਹਿੰਦੇ ਵਿੱਚ ਉਹਦੇ 'ਚ ਸਿਰਫ ਦੋ ਕੰਮ ਹੋ ਰਹੇ ਨੇ, ਲਿਪੀ ਬਦਲੀ ਜਾ ਰਹੀ ਹੈ ਸ਼ਾਹਮੁਖੀ ਤੋਂ ਗੁਰਮੁਖੀ, ਗੁਰਮੁਖੀ ਤੋਂ शाहमुखी और फिर उस लिटरेचर को अंग्रेजी हमें वही करना पड़ेगा कि हमें इस पे आवाज उठानी पड़ेगी। हमें जो जैसे माजा हाउस कर रहा है हम ख्याल लोगों को जमा करना पड़ेगा, इनकी कम्युनिटीज बनानी पड़ेंगी। Wonderful conversation with the Pakistani singer Ali Sethi. We were talking about music, common musical connections between the two countries, and there is a certain rhythm, a certain heartbeat that seems so similar. एक मोहब्बत तो हमें माजा हाउस से बहुत पहले हो चुकी है, बाकी तो हम ये इजाफी कर रहे हैं सब जो कर रहे हैं। दूसरी प्रेजेंटेशन तुहाडे कोल अजोका दी है जी। बहुत शुक्रिया तुहाडियां ते इस सैशन दी मॉडरेशन दी जिम्मेवारी फैज़ इंतजामिया ने मेरी झोली पाई, ये बख्शिश मैनू दिती। मैं तुहाडे सारियां दा अपना डॉक्टर अरविंदर चमक। इस सरजमीन दे नाल मेरा इस तरह दा रिश्ता है कि ये 35वां मेरा फेरी होएगी इस मुल्क दी, ते कदी एक बार भी इस तरह नहीं होया कि मैं वाघे दी सरहद टप्पिया होवां तां मेरा सिर सजूद च ना चला गया होवे, और वो सजूद तुहाडी मुहब्बत, तुहाडी अकीदत, तुहाडे प्यार, तुहाडी शफकत दे नाल आपे चले जांदा है। सो मैं इस सैशन नूं अगे गल करदा कि 1947 दे विच मुल्क नहीं वंडिया गया सी। मैनू लग्या कि जे वंडिया गया सी तो सिर्फ पंजाब वंडिया गया सी। जिहड़ी त्रासदी जो ट्रैजेडी हुई, 10 लाख लोगों की, मासूम लोगों की जान गई, वो शायद वो सारा संताप, वो शायद सारा दुख वो कल्ले पंजाब ने झलिया। मैं नहीं कहता कि बाकी हिस्सियां ने नहीं झलिया, लेकिन जिहड़ा सेक लग्या वो इस पंजाब नूं लग्या। साडा अदब वंडिया गया, साडी विरासत वंडन की कोशिश की गई, सानू वख-वख जुबानां नूं वख-वख मजहबां दे नाल जोड़ के साडी पहचान वख करन की कोशिश की गई, लेकिन किते ना किते कोई कड़ी दा हिस्सा सी कि वो उन्हां मकसदां विच नाकामयाब होए ते अज भी असी नौ ते मास के रिश्ते वांगू इकट्ठे हैं। मेरी सब तो पहला गुजारिश, सवाल तो नहीं, एक गुजारिश वड्डे भाई साहब शाहिद नदीम साहब नूं। शाहिद साहब तुसी उस वेले अजोका नूं इस जगह ते कायम किया जदों शायद एक बड़ा सख्ती दा दौर सी इस मुल्क दे विच, इस लहंदे पंजाब दे विच। ते फिर लहंदे पंजाब दे विच उस सख्ती दे दौर दे विच भी तुसी अजोका नूं कायम करके एक मिठास ते इहदी एक मुहब्बत दा पुल बनन दा, जिहड़ा तुसी पुल सरात बनन दा कोशिश कीती, जिहड़ी दोवां पंजाबां नूं जोड़न दी, जिहदे विच मेरी वड्डी भैन मदीहा गौहर दा रब उन्हां नूं उन्हां दे दर्जात बुलंद करे। जिन्नी वड्डी कॉन्ट्रीब्यूशन उन्हां दी है शायद कोई सानी नहीं। सो तुहाडा जिहड़ा रोल अजोका दा रहा
ਕੁਝ ਉਹਦੇ ਬਾਰੇ ਝਾਤ। ਫਿਰ ਜਿਹੜੇ ਤੁਸੀਂ ਕੁਝ ਫੈਸਟੀਵਲ ਅਸੀਂ ਸ਼ੁਰੂ ਕੀਤੇ ਸੀ, ਪੰਜ ਪਾਣੀ ਤੇ ਇੱਕ ਅਸੀਂ ਜ਼ਨਾਨੀ ਫੈਸਟੀਵਲ ਸੀ, ਇੱਕ ਸਾਡਾ ਸਾਂਝ ਅਸੀਂ ਸ਼ੁਰੂ ਕੀਤੀ ਸੀ ਹਮਸਾਏ ਦੇ ਨਾਲ। ਕਿੰਨੇ ਕੁ ਪਰਿਵਾਰਾਂ ਨੂੰ ਅਸੀਂ ਜੋੜਨ ਦੇ ਵਿੱਚ, ਕਿੰਨੇ ਕੁ ਅਸੀਂ ਦਿਲਾਂ ਨੂੰ ਜੋੜਨ ਦੇ ਵਿੱਚ ਕਾਮਯਾਬ ਹੋਏ। ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਕੀ ਇਹ ਸਾਂਝਾ ਪੰਜਾਬ ਜਿਹਦਾ ਅਸੀਂ ਅੱਜ ਜ਼ਿਕਰ ਕਰ ਰਹੇ ਹਾਂ, ਕੀ ਇਹ ਕਨਸੈਪਟ ਸਾਂਝਾ ਪੰਜਾਬ ਵਾਕਈ ਸਾਂਝਾ ਪੰਜਾਬ ਹੈ ਵੀ, ਕਿ ਅਸੀਂ ਕਿਤੇ ਖਿਆਲਾਂ ਦੇ ਵਿੱਚ ਤੇ ਨਹੀਂ ਇਹਦੇ ਬਾਰੇ ਜ਼ਿਕਰ ਕਰ ਰਹੇ, ਜਾਂ ਇਹਨੂੰ ਸਿਰਫ ਗੱਲਾਂ ਤੋਂ ਬਾਅਦ ਇਸ ਪੌਣੇ ਘੰਟੇ ਜਾਂ 1 ਘੰਟੇ ਦੇ ਲੈਕਚਰ ਤੋਂ ਬਾਅਦ ਅਸੀਂ ਵਾਪਸ ਜਦੋਂ ਇਸ ਕਮਰੇ ਦੇ ਹਾਲ ਤੋਂ ਬਾਹਰ ਨਿਕਲੀਏ ਤਾਂ ਫਿਰ ਉਸੇ ਦੁਨੀਆ 'ਚ ਗੁੰਮ ਹੋ ਜਾਈਏ ਜਿੱਥੇ ਪਹਿਲਾਂ ਸੀ ਅਸੀਂ। ਕਿ ਅਸੀਂ ਕੁਝ ਨਵਾਂ ਨਾਲ ਇੱਥੇ ਲੈ ਕੇ ਜਾਣ ਦੀ ਅੱਜ ਕੋਸ਼ਿਸ਼ ਕਰੀਏ ਜਾਂ ਕੁਝ ਨਵਾਂ ਪੰਜਾਬ ਸਿਰਜਣ ਦੀ ਕੋਸ਼ਿਸ਼ ਕਰੀਏ। ਸੋ ਮੇਰੀ ਗੁਜ਼ਾਰਿਸ਼ ਸ਼ਾਹਿਦ ਨਦੀਮ ਸਾਹਿਬ ਕਿ ਉਸ ਅਜੋਕਾ ਦਾ ਰੋਲ ਤੇ ਤੁਹਾਡਾ ਮਕਸਦ ਤੇ ਤੁਹਾਡਾ ਦਿਲ ਕਿਸ ਤਰ੍ਹਾਂ ਚੱਲਿਆ ਇਹਦੇ ਬਾਰੇ। ਸ਼ੁਕਰੀਆ। ਅਸਲ ਵਿੱਚ ਅਜੋਕਾ ਦਾ ਨਾਂ ਜਿਹੜਾ ਬਾਜ਼ ਲੋਕ ਸਮਝਦੇ ਨੇ ਕਿ ਇਹ ਜਰਮਨ ਜ਼ੁਬਾਨ ਦਾ ਲਫ਼ਜ਼ ਹੈ, ਕਿਉਂਕਿ ਸਾਡੀ ਪੰਜਾਬੀ ਤੋਂ ਕੁਝ ਇੰਨੀ ਦੂਰੀ ਹੋ ਗਈ ਹੈ। ਇਹ ਪੰਜਾਬੀ ਕਲੋਕੀਅਲ ਸ਼ੁੱਧ ਪੰਜਾਬੀ ਲਫ਼ਜ਼ ਹੈ ਅਜੋਕਾ, ਜਿਹਦਾ ਮਤਲਬ ਹੈ ਅਸਰੀ ਜਾਂ ਕੰਟੈਂਪਰੇਰੀ। ਤੇ ਜਦੋਂ ਅਸੀਂ ਨਾਂ ਸੋਚਿਆ ਸੀ ਤਾਂ ਉਸ ਲਈ ਮੇਰੇ ਜ਼ਿਹਨ ਵਿੱਚ ਸੀ ਕਿ ਇੱਕ ਤਾਂ ਆਪਣੀ ਧਰਤੀ ਨਾਲ ਅਸੀਂ ਆਪਣੀ ਮਾਂ ਬੋਲੀ ਨਾਲ ਜੋੜਨਾ ਇਹਨੂੰ, ਔਰ ਦੂਜੇ ਜਿਹੜੇ ਕੰਟੈਂਪਰੇਰੀ ਜਿਹੜੀਆਂ ਇੱਕ ਡਿਮਾਂਡਸ ਨੇ ਸੋਸਾਇਟੀ ਦੀਆਂ, ਜਿਹੜੇ ਇਸ਼ੂਜ਼ ਨੇ, ਉਹਨਾਂ ਨੂੰ ਵੀ ਅਸੀਂ ਹਾਈਲਾਈਟ ਕਰਨਾ ਹੈ। ਤੇ ਉਹਦੇ ਲਈ ਸਾਨੂੰ ਇੰਡੀਆ ਤੋਂ, ਕਿਉਂਕਿ ਇੰਡੀਆ ਵਿੱਚ ਥੀਏਟਰ ਕਾਫੀ ਡਿਵੈਲਪਡ ਸੀ, ਤਾਂ ਕਾਫੀ ਇਨਸਪੀਰੇਸ਼ਨ ਮਿਲੀ, ਭਾਵੇਂ ਉਹ ਬਾਦਲ ਸਰਕਾਰ ਹੋਣ ਜਾਂ ਗੁਰਸ਼ਰਨ ਸਿੰਘ ਹੋਣ। ਤੇ ਉਹਦੇ ਬਾਅਦ ਫਿਰ ਮਦੀਹਾ ਜਿਹੜੀ ਹੈ ਇਸ ਬਾਰੇ ਬਹੁਤ ਜ਼ਿਆਦਾ ਕਮਿਟਡ ਸਨ। ਤੇ ਉਹ ਜਿਹੜੇ ਮੁਸ਼ਕਿਲ ਹਾਲਾਤ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਦੇ ਵਿੱਚ ਇੰਡੀਅਨ ਜਿਹੜਾ ਚੜ੍ਹਦਾ ਪੰਜਾਬ ਹੈ ਉਹਦੇ ਵਿੱਚ ਵੀ ਹਾਲਾਤ ਬੜੇ ਮੁਸ਼ਕਿਲ ਸੀ ਜਦੋਂ ਸਾਰਾ ਆਰਮੀ ਐਕਸ਼ਨ ਹੋਇਆ ਔਰ ਉਹਦੇ ਬਾਅਦ ਸਾਰੇ ਵੀਜ਼ੇ ਔਰ ਟਰੈਵਲ ਬੰਦ ਹੋ ਗਿਆ। ਤੇ ਮੈਨੂੰ ਯਾਦ ਹੈ ਕਿ ਮਦੀਹਾ ਇੱਕ ਕਾਨਫਰੰਸ ਲਈ ਜਾਣਾ ਸੀ ਇੱਥੇ ਅੰਮ੍ਰਿਤਸਰ ਸ਼ਾਇਦ, ਤੇ ਉਹਨਾਂ ਨੇ ਕਿਹਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ, ਨਾ ਤੁਸੀਂ ਬਾਰਡਰ ਕ੍ਰਾਸ ਕਰ ਸਕਦੇ ਹੋ, ਨਾ ਕੋਈ ਫਲਾਈਟਸ ਅਵੇਲੇਬਲ ਨੇ। ਤੇ ਉਹਨਾਂ ਨੇ ਇੱਥੋਂ ਦੁਬਈ ਗਈ, ਦੁਬਈ ਤੋਂ ਦਿੱਲੀ, ਤੇ ਦਿੱਲੀ ਤੋਂ ਫਿਰ ਉਹ ਟ੍ਰੇਨ ਫੜ ਕੇ ਤੇ ਅੰਮ੍ਰਿਤਸਰ ਪਹੁੰਚੀ, ਯਾਨੀ ਐਡਾ ਕੁ ਲੰਬਾ ਪੈਂਡਾ ਕੱਟ ਕੇ। ਕਿਉਂਕਿ ਉਹ ਲੱਗਦਾ ਸੀ ਸਾਨੂੰ ਉਸ ਜ਼ਮਾਨੇ 'ਚ ਸਰਦਾਰ ਜਿਹੜਾ ਜਾਂ ਸਿੱਖ ਮੂੰਹ ਮਾਂਦਾ ਜਿਹੜਾ ਉਹ ਬੜਾ ਇੱਕ ਅਜੂਬਾ ਸੀ। ਮੇਰੇ ਖਿਆਲ ਅਸੀਂ ਲੋਕ ਹਾਲੀਵੁੱਡ ਦੀਆਂ ਫਿਲਮਾਂ ਦੀ ਵਜ੍ਹਾ ਨਾਲ ਏਲੀਅਨਸ ਤੋਂ ਔਰ ਮਾਰਸ਼ਨਸ ਤੋਂ ਜ਼ਿਆਦਾ ਅਸੀਂ ਫੈਮਿਲੀਅਰ ਲੱਗਨੇ ਸਾਂ। ਔਰ ਜਿਹੜੇ ਸਾਡੇ ਜਸਟ ਅਕ੍ਰੋਸ ਦਾ ਬਾਰਡਰ ਲਿਟਰਲੀ ਸਟੋਨਸ ਥਰੋ ਅਵੇ, ਉਹਨਾਂ ਦੇ ਬਾਰੇ ਸਾਡਾ ਇੰਨਾ ਕੁ ਲਿਮਿਟਿਡ ਨੌਲੇਜ ਸੀ। ਉਹ ਜਿਹੜਾ ਹੈ ਵੀ ਸੀ ਉਹ ਬਾਲੀਵੁੱਡ ਦੀਆਂ ਫਿਲਮਾਂ ਦੇ ਥਰੂ ਜਾਂ ਮਿਊਜ਼ਿਕ ਦੇ ਥਰੂ ਸੀ। ਉਹਦੇ ਬਾਅਦ ਜਦੋਂ ਅਸੀਂ ਇੰਟਰੈਕਸ਼ਨ ਸ਼ੁਰੂ ਹੋਇਆ, ਬੜਾ ਮੁਸ਼ਕਿਲ ਵਕਤ ਸੀ ਔਰ ਦੋਵੇਂ ਸਾਈਡ ਤੋਂ ਵੀਜ਼ਾ ਦੇ ਇਸ਼ੂ ਸੀ, ਹੋਸਟਿਲਿਟੀਜ਼ ਵੀ ਸੀ ਐਸੇ। ਲੇਕਿਨ ਜਦੋਂ ਅਸੀਂ ਬਾਰਡਰ ਕ੍ਰਾਸ ਕੀਤਾ ਤੇ ਸਾਡੇ ਲਈ ਲਿਟਰਲੀ ਇੱਕ ਰੈਵੋਲੂਸ਼ਨ ਸੀ ਕਿ ਉਹੀ ਲੋਕ, ਉਹੀ ਜ਼ੁਬਾਨ, ਉਹੀ ਕਲਚਰ, ਉਹੀ ਪਿਆਰ, ਉਹੀ ਕਮਜ਼ੋਰੀਆਂ, ਉਹੀ ਖੂਬੀਆਂ। ਔਰ ਉਹਦੇ ਬਾਅਦ ਜਦੋਂ ਅਸੀਂ ਬੁੱਲਾ ਲੈ ਕੇ ਗਏ ਹਾਂ ਉੱਥੇ, ਤੇ ਜਿਸ ਤਰੀਕੇ ਨਾਲ ਵਾਲਿਹਾਨਾ ਤਰੀਕੇ ਨਾਲ ਸਾਡੇ ਪਲੇ ਦਾ ਇਸਤਕਬਾਲ ਹੋਇਆ, ਔਰ ਬੁੱਲੇ ਸ਼ਾਹ ਦੇ ਬਾਰੇ ਜਿੰਨੀ ਜਾਣਕਾਰੀ ਔਰ ਜਿੰਨਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੂੰ ਅਜ਼ਬਰ ਯਾਦ ਸੀ ਬੁੱਲੇ ਸ਼ਾਹ, ਔਰ ਜਿਸ ਤਰ੍ਹਾਂ ਉਹ ਫੋਲੋ ਕਰਦੇ ਸੀ। ਇੱਕ ਜਗ੍ਹਾ ਅਸੀਂ ਪਰਫਾਰਮੈਂਸ ਕੀਤੀ ਅੰਮ੍ਰਿਤਸਰ, ਉੱਥੋਂ ਅਸੀਂ ਜਲੰਧਰ ਚਲੇ ਗਏ, ਉੱਥੇ ਵੇਖਿਆ ਤੇ 50 ਲੋਕ ਅੰਮ੍ਰਿਤਸਰ ਵਾਲੇ ਜਿਹੜੇ ਨੇ ਉਹ ਚੱਲ ਕੇ ਤੇ ਪਹੁੰਚੇ ਹੋਏ ਨੇ ਜਲੰਧਰ। ਇੰਨੀ ਕੁ ਲੋਕਾਂ ਨੇ ਉਹਨੂੰ ਮੁਹੱਬਤ ਦਿੱਤੀ ਔਰ ਅੱਜ ਤੱਕ ਉਹ ਦਿੱਤੀ ਜਾ ਰਹੀ ਹੈ। ਤੇ ਇਹ ਮੇਰੇ ਖਿਆਲ ਇੰਟਰੈਕਸ਼ਨ ਇਜ਼ ਦਾ ਰੀਅਲ ਥਿੰਗ। ਉਹਦੇ ਬਾਅਦ ਅਸੀਂ ਫਿਰ ਇੱਕ ਬੱਚਿਆਂ ਦਾ ਡਰਾਮਾ ਕੀਤਾ ਬਾਰਡਰ, ਜਿਹਦੇ 'ਚ ਅਸੀਂ ਬਾਰਡਰ 'ਤੇ ਜਿਹੜੀਆਂ ਪਰੇਡਾਂ ਹੁੰਦੀਆਂ ਨੇ ਦੋਵੇਂ ਪਾਸਿਓਂ, ਔਰ ਬੜਾ ਉਹਨੂੰ ਇੱਕ ਮਾਚੋ ਔਰ ਜਿੰਗੋਇਸਟਿਕ ਰੰਗ ਦਿੱਤਾ ਜਾਂਦਾ ਹੈ। ਉਹਦੇ ਵਿੱਚ ਅਸੀਂ ਬੱਚਿਆਂ ਨੂੰ ਦੋਵੇਂ ਸਾਈਡਸ ਦੇ, ਅੰਮ੍ਰਿਤਸਰ ਦੇ ਬੱਚੇ ਤੇ ਲਾਹੌਰ ਦੇ ਬੱਚੇ, ਉਹਨਾਂ ਨੂੰ ਇਕੱਠਿਆ ਕੀਤਾ ਔਰ ਉਹਨਾਂ ਨੇ ਫਿਰ ਇਹ ਮਿਲ ਕੇ ਪ੍ਰੋਡਕਸ਼ਨ ਕੀਤੀ, ਰਿਹਰਸਲ ਮਿਲ ਕੇ ਕੀਤੀ। ਅੱਧੀ ਰਿਹਰਸਲ ਅੰਮ੍ਰਿਤਸਰ ਵਿੱਚ ਕੀਤੀ, ਅੱਧੀ ਲਾਹੌਰ ਵਿੱਚ ਕੀਤੀ। ਉਹਦੇ ਬਾਅਦ ਪਰਫਾਰਮ ਕੀਤਾ ਆਲ ਓਵਰ। ਤੇ ਉਹਦੇ ਵਿੱਚ ਜਿਹੜੀ ਬੱਚਿਆਂ ਨੇ ਜਿਸ ਤਰ੍ਹਾਂ ਨੈਚੁਰਲ ਇੱਕ ਦੂਜੇ ਦੇ ਨਾਲ ਬੌਂਡਿੰਗ ਹੋਈ ਔਰ ਜਿਸ ਤਰ੍ਹਾਂ ਉਹਦੀ ਰਿਸਪੌਂਸ ਹੋਈ, ਉਹਦੇ ਬਾਅਦ ਫਿਰ ਵੀ ਆਰ ਐਨਕਰੇਜਡ। ਹਕੂਮਤਾਂ ਆਪਣੀ ਜਗ੍ਹਾ 'ਤੇ ਮਤਲਬ ਗਨ ਪੁਆਇੰਟ 'ਤੇ ਕਦੀ ਆਈ ਬਾਲ ਟੂ ਆਈ ਬਾਲ ਤੇ ਕਦੀ ਨਿਊਕਲੀਅਰ ਬੰਬ ਟੂ ਨਿਊਕਲੀਅਰ ਬੰਬ ਗੇਮਾਂ ਖੇਡ ਰਹੇ ਸੀ। ਲੇਕਿਨ ਜਿਹੜੀ ਆਰਟਿਸਟਾਂ ਦੇ ਨਾਲ ਸਾਡਾ ਜਿਹੜਾ ਤਾਲੁਕ ਸੀ ਉਹ ਵੱਧਦਾ ਗਿਆ। ਔਰ ਉਹਦੇ ਬਾਅਦ ਫਿਰ ਅਸੀਂ ਤੇ ਜਾ ਕੇ ਉੱਥੇ ਪਰਫਾਰਮ ਕਰਨਾ ਸ਼ੁਰੂ ਕਰ ਦਿੱਤਾ ਆਲ ਓਵਰ ਪੰਜਾਬ।
लेकिन उतों लियाना बड़ा मुश्किल सी। ਉਹਦੇ ਵਿੱਚ फिर we got some very supportive people in Pakistani establishment, foreign ministry and the high commission there। फिर असी पंज पानी और जनानी थिएटर फैसटिवल किए बहुत सारे इत्थे ही अलहंबरा दे विच, और जो रिस्पॉन्स इंडियन ग्रुप्स का मिलिया लोग हैरान सी कि यह जुबान समझ अपने कल्चर दी और यह थीम्स इशूज़ थिएटर का तरीका किन्ना यानी साडे नाल मिलदा है। ਉਹਦੇ ਬਾਅਦ ਗਲੀਆਂ ਵਿੱਚ ਲਿਟਰਲੀ ਉਹਨਾਂ ਦੀ ਪਜ਼ੀਰਾਈ ਹੁੰਦੀ ਸੀ। ਲੋਕੀ ਜਿਸ ਤਰ੍ਹਾਂ ਪ੍ਰੋਬੇਬਲੀ ਕਹਿੰਦੇ ਨੇ ਕਿ ਦੁਕਾਨਦਾਰ ਪੈਸੇ ਨਹੀਂ ਲੈਂਦੇ ਸੀ, ਟੈਕਸੀ ਵਾਲੇ ਕਿਰਾਇਆ ਨਹੀਂ ਲੈਂਦੇ ਸੀ, ਤੇ ਫੂਡ ਸਟਰੀਟ ਦੇ ਉੱਤੇ ਗਲੀਆਂ ਦੇ ਵਿੱਚ ਜਿਹੜੇ ਸਾਡੇ ਆਰਟਿਸਟ ਸੀ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਔਰ ਲਹਿੰਦੇ ਪੰਜਾਬ ਦੇ, ਉਹਨਾਂ ਨੇ ਜਿਸ ਤਰ੍ਹਾਂ ਰਕਸ ਕੀਤਾ, ਲਿਟਰਲੀ ਰਕਸ ਕੀਤਾ, ਤੇ ਉਹ ਦੈਟ ਵਾਜ਼ ਸਮਥਿੰਗ ਰੀਅਲੀ ਇਨਸਪਾਇਰਿੰਗ। ਉਹਦੇ ਬਾਅਦ ਫਿਰ ਹਮਸਾਇਆ ਥੀਏਟਰ ਫੈਸਟੀਵਲ ਅਸੀਂ ਕੀਤਾ, ਉਹਦੇ ਵਿੱਚ ਦਿੱਲੀ ਤੋਂ ਟੁਰੇ ਤੇ ਚੰਡੀਗੜ੍ਹ ਔਰ ਅੰਮ੍ਰਿਤਸਰ ਫੁੱਲ ਫਲੈਜਡ ਅਜੋਕਾ ਪਰਫਾਰਮੈਂਸਿਸ ਫॉर 5 ਡੇਜ਼। ਉਹਦੇ ਬਾਅਦ ਫਿਰ ਲੋਕਲ ਪਰਫਾਰਮੈਂਸਿਸ। ਅਸੀਂ ਰਿਅਲਾਈਜ਼ ਕੀਤਾ ਕਿ ਆਰਟ ਔਰ ਥੀਏਟਰ ਜਿਹੜਾ ਹੈ ਔਰ ਉਹਦੇ ਵਿੱਚ ਤੇ ਇਹ ਦੀਵਾਰਾਂ ਹੋ ਹੀ ਨਹੀਂ ਸਕਦੀਆਂ ਜਿੰਨੀਆਂ ਮਰਜ਼ੀ ਖੜੀ ਕਰ। ਪੋਲੀਟੀਕਲੀ ਹੋ ਸਕਦੀਆਂ ਨੇ, ਜੀਓਗ੍ਰਾਫਿਕਲੀ ਹੋ ਸਕਦੀਆਂ ਨੇ, ਉਹਦੇ ਕੋਈ ਹਿਸਟੋਰੀਕਲ ਰੀਜ਼ਨਸ ਹੋ ਸਕਦੇ ਨੇ, ਲੇਕਿਨ ਜਦੋਂ ਅਸੀਂ ਕਾਮਨ ਹੀਰੋਜ਼ ਦੀ ਗੱਲ ਕਰਨੇ ਆ, ਲਵ ਲੈਜੈਂਡਸ ਦੀ ਗੱਲ ਕਰਨੇ ਆ, ਸਟਰਗਲ ਫॉर ਫਰੀडम ਦੀ ਗੱਲ ਕਰਨੇ ਆ ਔਰ ਐਂਬੀਸ਼ਨਸ ਫॉर ਬ੍ਰਾਈਟ ਫਿਊਚਰ, ਪ੍ਰੋਗਰੈਸਿਵ ਫਿਊਚਰ ਦੀ ਗੱਲ ਕਰਨੇ ਆ, ਉਹਦੇ ਵਿੱਚ ਇਹ ਰੁਕਾਵਟਾਂ ਜਿਹੜੀਆਂ ਨੇ ਬੇਈਮਾਨੀ ਨੇ। ਇਹ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਨੇ ਤਾਂ ਕਿ ਅਸੀਂ ਇੱਕ ਦੂਸਰੇ ਨਾਲ ਮਿਲ ਕੇ, ਇੱਕ ਦੂਸਰੇ ਦੇ ਨਾਲ ਹੱਥ 'ਚ ਹੱਥ ਮਿਲਾ ਕੇ ਨਾ ਚੱਲ ਸਕੀਏ। ਤੇ ਇਹ ਮੈਂ ਸਮਝਣਾ ਕਿ ਬੜੇ ਰੁਕਾਵਟਾਂ ਆਈਆਂ ਨੇ, ਲੇਕਿਨ ਜਿਹੜਾ ਅਜੋਕਾ ਦਾ ਐਕਸਪੀਰੀਅੰਸ ਔਰ ਜਿਹੜੀ ਵਾਰਮਥ ਉੱਥੇ ਮਿਲੀ ਹੈ ਔਰ ਜਿਹੜੇ ਇੰਡੀਅਨ ਸਾਡੇ ਸਾਥੀ ਨੇ ਔਰ ਇੰਡੀਅਨ ਪੰਜਾਬ ਦੇ ਖਾਸ ਤੌਰ 'ਤੇ ਉਹਨਾਂ ਨੂੰ ਇੱਥੇ ਮਿਲੀ ਹੈ, ਦੈਟ ਇਜ਼ ਜਸਟ ਇਨਕ੍ਰੈਡੀਬਲ। ਇਹ 1-2 ਮਿੰਟ ਦੀ ਜ਼ਰਾ ਪੂਅਰ ਕੁਆਲਿਟੀ ਸੀ ਵੀਡੀਓ ਦੀ, ਲੇਕਿਨ ਯੂ ਕਾਂਟ ਇਮੈਜਿਨ ਕਿਤਨਾ ਐਕਸਾਈਟਿੰਗ और कितना इंस्पायरिंग वो सारा एक्सपीरियंस सी। सो आई एम श्योर कि पोलिटिकल ਜਿਹੜੇ ਸਾਡੇ डिसीजन मेकरस ने जो मर्जी करन, ਜਿਹੜੀ पंजाब नाल 75 साल पहले एक हथ होया सी और जिस तरह पंजाब की वंड हुई सी, मतलब पाकिस्तान की आज़ादी, हिंदुस्तान की आज़ादी अपनी जगह ते, लेकिन पंजाब दे नाल जे वंड इनएविटेबल भी सी ते इट कुड हैव बीन हैंडल्ड मच बेटर और ਉਹਦੇ ਬਾਅਦ ਉਹਨਾਂ ਜ਼ਖਮਾਂ 'ਤੇ ਅਸੀਂ ਮਰਮ ਰੱਖ ਸਕਦੇ। ਸੋ ਇਹ ਮੈਂ ਸਮਝਣਾ ਕਿ ਇਹ ਚੀਜ਼ ਜਿਹੜੀ ਹਾਲੀ ਬਹੁਤ ਸਾਰਾ ਕੰਮ ਇਹਦੇ 'ਚ ਕਰਨ ਵਾਲਾ ਹੈ। ਅਤੇ ਉਹ ਮਾਝਾ ਹਾਊਸ ਦੀ ਗੱਲ ਹੋਈ, ਜਿਹੜਾ ਇੱਕ ਸਾਂਝਾ ਪੰਜਾਬ ਦਾ ਇਨੀਸ਼ੀਏਟਿਵ ਤੁਹਾਡਾ, ਉਹਦੀ ਗੱਲ ਹੋਈ। ਉਹਦੇ ਬਾਅਦ ਫਿਰ ਸਾਡੇ ਜਿਹੜੇ ਫੈਸਟੀਵਲਸ ਨੇ ਉਹਨਾਂ ਦੀ ਗੱਲ ਹੋਈ। ਔਨਲਾਈਨ ਬਹੁਤ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਨੇ। ਉਹਦੀ ਇੱਕ ਮਿਸਾਲ ਜਿਹੜਾ ਇੱਕ ਤੋਹਫਾ ਲੈ ਕੇ ਆਏ ਨੇ ਅਰਵਿੰਦਰ ਚਮਕ ਜੀ, ਇਹ ਇੱਕ ਉੱਥੋਂ ਕਿਤਾਬ ਛਪੀ ਹੈ, ਪਲੇਸ ਫਰੋਮ ਦਾ ਫ੍ਰੈਕਚਰਡ ਲੈਂਡ, ਜਿਹਦੇ ਵਿੱਚ ਪਲੇਸ ਫਰੋਮ ਅ ਫ੍ਰੈਕਚਰਡ ਲੈਂਡ, ਜਿਹਦੇ ਵਿੱਚ ਇੰਡੀਅਨ ਪੰਜਾਬ ਦੇ ਰਾਈਟਰਸ, ਪਾਕਿਸਤਾਨੀ ਪੰਜਾਬ ਦੇ ਰਾਈਟਰਸ ਦੇ ਪਲੇਸ ਜਿਹੜੇ ਨੇ ਉਹਨਾਂ ਨੂੰ ਇਕੱਠਾ ਕੀਤਾ ਗਿਆ ਹਿਸਟੋਰੀਕਲ ਰੈਫਰੈਂਸ ਦੇ ਨਾਲ ਵੀ। तो इट्स एन अमेजिंग बुक। अनफॉर्चुनेटली हाली इतने अवेलेबल नहीं, होपफुली इट विल बी अवेलेबल सून, लेकिन यह काम जोड़ा है यह भी हो रहा है। ਉਹਦੇ ਬਾਅਦ कम अज़ कम साढ़े प्लेस जोड़े ने, आई लैंड हेयर कि साढ़े प्लेस मेरे लिखे हुए अजोका के किए हुए प्लेस हज़ारां परफॉर्मेंसिस उन्होंने चढ़ते पंजाब हो रही ने, जिन्हों का सानू पता भी नहीं आता क्योंकि वो गुरमुखी च उतारिया गई। उसदे बाद उत्थे ते थिएटर इज सो वाइब्रेंट एंड स्कूलों कॉलेजों संगीत नाटक अकैडमी कि वो उत्थे इस वेले एनी गिवन टाइम सैकड़ा परफॉर्मेंसिस ऑल ओवर पंजाब हो रही ने, प्लेज रिटन बाय पाकिस्तानी पंजाबी प्ले राइट। तो यह जी असी बी सुट रहे हैं, आई एम श्योर कि यदी फसल जी है बहुत जल्द हरी भरी होएगी और असी कल्चरली और इमोशनली दोबारा एक सांझ और एक प्यार जोड़ा है उन्होंने असी इस्तवार करांगे। आमीन आमीन। बहुत खूबसूरत शाहिद साहब, वाकई जी कम की गल कि जो अज असी 20 सुट रहे हैं, जे तुसी इनू चंगी तरह सिंचोगे, इसकी सिंचाई करोगे, इनू पानी दोगे, इनू प्यार मुहब्बत दोगे, तो ये शजर बहुत खूबसूरत दरख्त बन आने वाली नस्ल वास्ते उसकी छां दा बनेगा। मैं दोबारा फिर तुहाडे कोल आवांगा। मैं प्रीति जी नू मेरा सवाल, प्रीति जी तुसी भोपाल मध्य प्रदेश की धरती च पैदा होए, स्कूलिंग तुहाडी उत्थों दी, कॉलेज तुहाडा, एजुकेशन सारी उत्थों दी, पंजाब दे नाल इन्नी नेड़ता,
ਲਿਟਰੇਚਰ ਨਾਲ ਸਮਝ ਆਉਂਦੀ, ਪਰ ਪੰਜਾਬ ਦੇ ਨਾਲ ਇੰਨੀ ਨੇੜਤਾ ਤੇ ਫਿਰ ਉਹਦੇ ਵਿੱਚੋਂ ਇੱਕ ਆਫਸ਼ੂਟ ਸਾਂਝੇ ਪੰਜਾਬ ਦੀ ਕੱਢ ਦੇਣਾ ਤੇ ਫਿਰ ਉਹਨੂੰ ਜ਼ਿੰਦਗੀ ਦਾ ਮਕਸਦ ਬਣਾ ਲੈਣਾ, ਇਹ ਮੈਨੂੰ ਲੱਗਦਾ ਕਿ ਇਹਦੇ ਬਾਰੇ ਜ਼ਰੂਰ ਤੁਹਾਡੇ ਕੋਲੋਂ ਜਾਣਨਾ ਚਾਹੀਦਾ, ਕਿਉਂਕਿ ਤੁਹਾਡਾ ਕਿਹਾ ਸ਼ਾਇਦ ਸਾਨੂੰ ਹੋਰ ਇਨਸਪਾਇਰ ਕਰੇ ਤੇ ਸਾਡੇ ਵਿੱਚੋਂ ਹੋਰ ਕੋਈ ਸਾਂਝੇ ਪੰਜਾਬ ਦੀ ਕੋਈ ਗੱਲ ਲੈ ਕੇ ਤੁਰੇ ਤੇ ਅਸੀਂ ਜਿਹੜੀ ਮਿਸਾਲ ਓਲੰਪਿਕ ਟਾਰਚ ਲੈ ਕੇ ਚੱਲੇ ਹਾਂ ਇਹ ਛੇਤੀ ਪੂਰੀ ਦੁਨੀਆ ਨੂੰ ਰੋਸ਼ਨਾਈ ਦੇ ਸਕੇ। ਸੋ ਮੇਰਾ ਤੁਹਾਡੇ ਅੱਗੇ ਸਵਾਲ ਕਿ ਤੁਹਾਡੇ ਮਨ 'ਚ ਫੁਰਨਾ ਕਿਵੇਂ ਆਇਆ, ਕੀ ਕਨਸੈਪਟ ਤੁਹਾਡੇ 'ਚ ਆਇਆ ਤੇ ਅੱਗੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਉਣ ਵਾਲੇ ਵਕਤਾਂ ਦੇ ਵਿੱਚ? सबसे पहले मैं शुक्रिया अदा करना चाहूँगी। सुनाई दे रहा है ना? जी जी हाँ। फैज़ फेस्टिवल को, फैज़ घर को और यहाँ जिन्होंने सारा इंतज़ाम किया, मुनीज़ा जी को, सलीमा को, बिग बिग हार्ट फेल्ट थैंक्स, बिकॉज़ फ़र्स्ट टाइम लाहौर आए हैं और पहली बार यहाँ आप लोगों से मिलने का मौका मिल रहा है, थोड़ा सा सिटी देखने का मौका मिल रहा है। एंड कल जो 2 प्रोग्राम देखे, मैं शायद साहब को बता रही थी कि इट सीम्स के जो लाहौर की एयर है इसमें कल्चर और पैशन भरा हुआ है, ये हमें बहुत जगह दिखाई नहीं देता है। एंड आई एम सेइंग दिस एज अ थैंक्स टू लाहौर, as somebody who has been closely associated with words, with writing, with books, with, you know, I've been in publishing 25 साल से ऊपर हो गए मुझे, but जो मैंने कल देखा, that was a rare sight, and I am so grateful that I am able to come here. अब मैं कुछ आपको अपने बारे में बताऊंगी, and then a little bit about Maja House and Stanza Punjab. But so need to be brief because we need to. We have lots of people. So unlike people who are born in Punjab and who have a direct connection with and hence a memory of the land, I don't have any liminal or tangible marker of belonging to Punjab, except कि मेरा नाम है गिल और शादी से पहले मेरा नाम ढिल्लों था. While my father and his family came from Punjab, my mother and hers came from Abbottabad and Dera Ismail Khan. So, but growing up, जैसे इन्होंने बताया, सेंट्रल इंडिया में, हिंदी हार्टलैंड में, भोपाल में, हम लोग sort of अजीब तरीके से बड़े हुए, क्योंकि मेरे दोनों पेरेंट्स जो थे, जो हैं, agnostic थे. They didn't believe in any God, they didn't believe in any religion. हम कभी भी मंदिर नहीं गए, कभी भी किसी गुरुद्वारे नहीं गए, कहीं भी वो हमें नहीं ले जाते थे ऐसे. So ये बड़ी strange सी बात है, because on the subcontinent, caste and religious denomination defines your identity even more than class and gender. And as a child, मैंने बड़ी कहानियाँ तो सुनी थी यहाँ के पंजाब के villages के बारे में, छोटी छोटी जगहों के बारे में from my दादी. But I had visited Punjab only for short periods during school vacations. मैंने कभी इतना समय ही नहीं बिताया यहाँ, कभी इतना रही नहीं कि मैं यहाँ belongingness feel करूँ उस time. I did not learn the language because मेरा जो focus था in central India, in the Hindi belt, was on Hindi and Sanskrit, and of course education was in English. So I have always felt sort of displaced. I don't know where I belong. I feel like an outsider, an interloper. And I think ये भी it is because of partition. मेरे parents यहाँ settle नहीं हुए पंजाब में, और हम लोगों को सिखाया नहीं गया, इसलिए हमने कुछ सीखा नहीं. So I feel that this is also one of the casualties of partition, that we do not have the language. But I know कि अगर ये जो कहानियाँ हैं, पंजाब की कहानियाँ जो हैं, वो मैं उनको अपना लूँ, वो मेरी कहानी बन जाएं, then I can definitely unravel the entwined histories and geographies between us, and I'll be able to make sense of my own identity, and it will become my own Punjab. So Arvinder ji, something of this type has propelled me to, जो इन्होंने पहले बताया कि बिल्लूज हाउस था, जो मेरे ब्रदर इन लॉ थे, उनके नाम पे ये घर बना था, मेरे इन लॉज ने बनाया था अमृतसर में.
एंड उस घर को बिकॉज हम वहाँ पूरे टाइम रहते नहीं हैं, वी हैव एक्चुअली डिसाइडेड कि ये जो प्राइवेट स्पेस है ये पब्लिक स्पेस बन जाए, जहाँ पे थिएटर हो, जहाँ पे बुक लॉन्चेस हों, डिस्कशंस हों, क्रिटिकल इश्यूज़ के ऊपर बातें हों. एंड वी हैव डन दैट फ्रॉम जब हमने अपने दरवाजे खोले थे और सांझ करी थी सबके साथ. दैट वाज व्हेन मार्च 2018. उसके बाद 4 फेस्टिवल्स हुए, बहुत सारे स्टैंड अलोन इवेंट्स हुए, और पिछले 2 सालों में जैसे जब से कोविड आया, we went online and we've had more than 200 sessions, out of which every month we do Sanjha Punjab, जिनके लिए all thanks goes to Arinder ji. It is his brainchild, it is his curation that has really worked wonders. It is all his effort कि हम आपके सामने यहाँ बैठे भी हैं आज. So माजा हाउस में फोकस हमारा यही रहा है, स्टोरीज आर द मोस्ट इम्पॉर्टेंट थिंग, जो हम अपनी कहानियों से आपको बता सकते हैं, जो हम अपनी फीलिंग्स आपकी तरफ भेज सकते हैं. that has been the most important and the, you know, I would say the strength of Maja House. और जब हम इसका नाम जब प्लानिंग चल रही थी और इसके नाम के बारे में सोच रहे थे, ब्रेनस्टॉर्म कर रहे थे, at that time also we thought कि इसको locational होना चाहिए. It should be called Majha because this is the region that has nurtured us, that has given us life, given us a roots background. It is the heart of Punjab and it is on both sides of the border. So that was the reason why we had decided at that point that, but having said all of these things, I still feel that we really do need to move beyond the tragedies of partition, जो हमारे में longing है, yearning है, harking back to the past, all of that. We have to go beyond that. I think we need to move further. Because especially for young people, I don't know उनके साथ उनका कितना connect है इन चीज़ों के बारे में, because ये तो सब कहानियाँ हैं उनके लिए, और we have to find these new ways of connecting. So अगर मेरे लिए जो कहानियाँ मेरी माँ ने बताई या मेरी नानी ने बताई एबटाबाद के बारे में, वो बड़ा ही डिस्टेंट पास्ट हो गया, और जो मेरी 2 बेटियाँ हैं, मैं अगर उनको वो कहानियाँ बताऊँ तो वो तो खैर they'll be lost somewhere in translation, उन्हें कुछ नहीं समझ आने वाला है. So therefore I do feel Maja House has that as an important mission, कह लें, to get over the trauma of the past and ideate about the future. So I think on that note we thank you so very much. ਜਿਹੜੀ ਬੜੀ ਮੁਖਤਸਰ ਜੀ ਗੱਲ ਮੈਂ ਇਹਦੇ ਵਿੱਚੋਂ ਕੱਢ ਸਕਦਾ ਉਹ ਹੈ ਕਿ ਆਪਣੀ ਪਹਿਚਾਨ ਲੱਭਣ ਦੀ ਖਾਤਰ ਜੇ ਇੱਕ ਇਨੀਸ਼ੀਏਟਿਵ ਲਿਆ ਗਿਆ ਤੇ ਜੇ ਅਸੀਂ ਸਾਰੇ ਆਪਣੀ ਪਹਿਚਾਨ ਨੂੰ ਜੋੜ ਲਈਏ ਕਿ ਬੁੱਲਾ ਕੀ ਜਾਣਾ ਮੈਂ ਕੌਣ, ਉੱਥੇ ਜੇ ਗੱਲ ਜਾ ਪਵੇ ਤਾਂ ਮੈਨੂੰ ਲੱਗਦਾ ਹੈ ਕਿ ਨਫ਼ਰਤ ਨਾਂ ਦੀ ਚੀਜ਼ ਕੁੱਲ ਕਾਇਨਾਤ 'ਚੋਂ ਖਤਮ ਹੋ ਸਕਦੀ ਹੈ, ਔਰ ਉਹਦੇ ਟੈਸਟਮਨੀ, ਉਹਦੇ ਇਸ ਤਵਾਰੀਖੀ ਦਿਨ ਦੇ ਜ਼ਿੰਮੇਵਾਰ ਤੇ ਰਿਸਪੌਂਸਿਬਲ ਤੇ ਉਹਦੇ ਕਸਟੋਡੀਅਨ ਤੇ ਉਹਦੀ ਮਿਸਾਲ ਦੇ ਹੱਕਦਾਰ ਸਿਰਫ ਤੁਸੀਂ ਹੋਵੋਗੇ. ਮੇਰੀ ਵੱਡੀ ਭੈਣ ਦੀਪ ਸਈਦਾ, ਤੁਹਾਡੇ ਤੋਂ ਬਾਅਦ ਮੈਂ ਬਹਿਲ ਸਾਹਿਬ ਨਾਲ ਗੱਲ ਕਰਾਂਗਾ. ਮੈਂ ਥੋੜੀ ਜਿਹੀ ਰਿਕੁਐਸਟ ਕਰਾਂਗਾ ਕਿ ਅਸੀਂ ਸ਼ਾਰਟ, ਕਿਉਂਕਿ ਪ੍ਰੀਤੀ ਜੀ ਨੇ ਤੇ ਸ਼ਾਹਿਦ ਸਾਹਿਬ ਦੋਵਾਂ ਨੇ ਟਾਈਮ ਜ਼ਿਆਦਾ ਲੈ ਲਿਆ, ਤੇ ਮੇਰੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਆਡੀਅנס ਨਾਲ ਵੀ ਇਹਨੂੰ ਜੋੜੀਏ. ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਾਂ, ਪੰਜਾਬੀ ਮਾਂ ਬੋਲੀ ਦੇ ਨਾਲ ਗੱਲ ਕਰਾਂ, ਤਾਂ ਅਸੀਂ ਦੋਵਾਂ ਪੰਜਾਬਾਂ ਦੇ ਵਿੱਚ ਸ਼ਾਇਦ ਕਹਿੰਦੇ ਪੰਜਾਬ 5 ਆਬਾਂ ਦੀ ਧਰਤੀ ਦੇ ਵਿੱਚੋਂ ਵੀ, ਲੇਕਿਨ ਜਿਹੜੀ ਇਹਦੀ ਬੇਸਿਕ ਸਪਿਰਿਟ, ਇਹਦੀ ਬੋਲੀ, ਇਹਦੀ ਜ਼ੁਬਾਨ ਸੀ, ਉਹਨੂੰ ਸ਼ਾਇਦ ਅਸੀਂ ਗੁਆਂਢ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਾਮਯਾਬ ਹੋਏ. ਮੈਂ ਉਲਟੀ ਗੱਲ ਕਰ ਰਿਹਾ, ਮੈਂ ਨਹੀਂ ਕਿਹਾ ਅਸੀਂ ਨਾ ਕਾਮਯਾਬ ਹੋਏ ਬਚਾਉਣ ਦੇ ਵਿੱਚ, ਗੁਆਂਢ ਦੇ ਵਿੱਚ ਬਹੁਤ ਕਾਮਯਾਬ ਹੋਏ. ਸੋ ਤੁਸੀਂ ਇੱਕ ਮਿਸਾਲ ਬਣ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਇਹਨੂੰ ਦੁਬਾਰਾ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ. ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਾਂਝੇ ਪੰਜਾਬ ਨੂੰ ਜ਼ੁਬਾਨ ਦੇ ਹਵਾਲੇ ਦੇ ਨਾਲ, ਤੇ ਕਿਵੇਂ ਦੇਖਦੇ ਹੋ ਕਿ ਆਉਣ ਵਾਲੀਆਂ ਨਸਲਾਂ ਅਸੀਂ ਕਿਵੇਂ ਰੋਕ ਸਕਦੇ ਹਾਂ, ਬਚਾ ਸਕਦੇ ਹਾਂ, ਜਾਂ ਆਪਣਾ ਵਿਰਸਾ ਕਿਵੇਂ ਉਹਨਾਂ ਦੀ ਝੋਲੀ ਪਾ ਸਕਦੇ ਹਾਂ? ਬਹੁਤ ਮਿਹਰਬਾਨੀ. ਇਹ ਸਵਾਲ ਵਿੱਚ ਮੌਜੂਦ ਸਾਰੀਆਂ ਵੱਡੀਆਂ ਹਸਤੀਆਂ, ਨੌਜਵਾਨ, ਇੱਕ ਬਹੁਤ ਵੱਡੀ ਹਸਤੀ ਮੇਰੇ ਸਾਹਮਣੇ ਮੌਜੂਦ ਨੇ ਜਿਨ੍ਹਾਂ ਦਾ ਇੱਕ ਸਟੈਚੂ ਹਿੰਦੁਸਤਾਨ ਵਿੱਚ ਉਹਨਾਂ ਦੇ ਫੈਨਸ ਨੇ ਲਾਇਆ ਤੇ ਸਾਨੂੰ ਪਤਾ ਨਹੀਂ ਲੱਗਿਆ, ਤੇ ਉਹਨਾਂ ਦਾ ਨਾਮ ਬਾਬਾ ਨਜਮੀ ਹੈ, ਉਹ ਸਾਹਮਣੇ ਮੌਜੂਦ ਨੇ. ਸਾਡੇ ਐਸੇ ਸ਼ਾਇਰ ਜਿਹੜੇ
ਜਿਹੜੀ ਸ਼ਾਇਰੀ ਕਰਦੇ ਨੇ ਉਹ ਹੀ ਲਿਵ ਵੀ ਕਰਦੇ ਨੇ, ਸਿਰਫ ਗੱਲਾਂ ਨਹੀਂ ਕਰਦੇ। ਤੇ ਮੈਂ ਚਾਹੁੰਦੀ ਹਾਂ ਕਿ ਟਾਈਮ ਅਗਰ ਥੋੜਾ ਹੈ ਤੇ ਕੋਈ ਜ਼ਰੂਰੀ ਨਹੀਂ, ਇੱਥੇ ਮੌਜੂਦ ਲੋਕ ਮੈਨੂੰ ਥੋੜੇ ਬਹੁਤ ਜਾਣਦੇ ਨੇ। ਜਿਹੜਾ ਮਾਂ ਬੋਲੀ ਦਾ ਸਵਾਲ ਹੈ ਉਹ ਪੰਜਾਬ ਵਿੱਚ ਇੱਕ ਬਹੁਤ ਵੱਡਾ ਮਸਲਾ ਹੈ, ਕਿਉਂਕਿ ਪਾਕਿਸਤਾਨ ਦੇ ਬਾਕੀ ਸੂਬਿਆਂ 'ਚ ਸਰਕਾਰੀ ਸਕੂਲਾਂ 'ਚ ਸਿੰਧੀ ਪੜ੍ਹਾਉਂਦੇ ਨੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਸਰਕਾਰੀ ਸਕੂਲਾਂ 'ਚ। ਬਲੋਚਿਸਤਾਨ ਵਿੱਚ ਬੱਚੇ ਆਪਣੀ ਜ਼ਬਾਨ ਪੜ੍ਹਦੇ ਨੇ, ਖੈਬਰ ਪਖਤੂਨਖਵਾ 'ਚ ਪਸ਼ਤੋ ਪੜ੍ਹਦੇ ਨੇ ਸਰਕਾਰੀ ਸਕੂਲਾਂ 'ਚ। ਪੰਜਾਬ ਜਿਹੜਾ ਕਿ ਮੁਲਕ ਦੀ ਆਬਾਦੀ ਦਾ 65% ਹਿੱਸਾ ਹੈ, ਉੱਥੇ ਸਕੂਲਾਂ 'ਚ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਸਕੂਲਾਂ ਵਿੱਚ ਵੀ ਨਹੀਂ। ਜਿਹੜੇ ਬੱਚੇ ਨੇ ਪ੍ਰਾਈਵੇਟ, ਨਲਾਇਕ ਤਰੀਨ ਬੱਚਾ ਹੈ ਤੇ ਉਹਨੇ ਪ੍ਰਾਈਵੇਟ ਕੋਈ ਇਮਤਿਹਾਨ ਦੇਣਾ ਹੈ ਤੇ ਇੱਕ ਮੋਟੀ ਦੀ ਗਾਈਡ ਫੜ ਕੇ BA 'ਚ ਪੰਜਾਬੀ ਰੱਖ ਲਏਗਾ ਤੇ ਉਹ ਪਾਸ ਹੋ ਜਾਏਗਾ। ਇਸ ਤਰ੍ਹਾਂ ਦਾ ਉਹਦਾ ਸਟੈਂਡਰਡ ਇਸ ਤਰ੍ਹਾਂ ਦਾ ਬਣਾਇਆ। ਤੇ 2000 ਜਦੋਂ 21 ਫਰਵਰੀ ਨੂੰ ਮਾਂ ਬੋਲੀ ਦਾ ਦਿਨ ਬਣਾਇਆ ਗਿਆ ਤੇ ਉਦੋਂ ਇੱਥੇ ਸਾਰੇ ਜਿਹੜੇ, ਮੈਂ ਇਕੱਲੀ ਨਹੀਂ, ਇੱਥੇ ਮੇਰੇ ਸਾਥੀ ਮੌਜੂਦ ਨੇ, ਅਫਸਰ ਸਾਇਦ ਸਾਹਿਬ ਨੇ, ਅਹਿਮਦ ਰਜ਼ਾ, ਬਾਕੀ ਬਹੁਤ ਸਾਰੇ ਦੋਸਤ ਰਲ ਕੇ ਫੈਸਲਾ ਕੀਤਾ ਕਿ ਅਸੀਂ 21 ਫਰਵਰੀ ਨੂੰ ਸੜਕ 'ਤੇ ਬਹਿ ਕੇ ਸਰਕਾਰ ਕੋਲੋਂ ਡਿਮਾਂਡ ਕਰਨੀ ਕਿ ਇਹਨੂੰ ਸਕੂਲ ਦਾ ਹਿੱਸਾ ਬਣਾਇਆ ਜਾਏ। 2000 ਤੋਂ ਲੈ ਕੇ ਹੁਣ 22 ਸਾਲ ਹੋ ਗਏ ਨੇ, ਹਾਲੇ ਸਾਡੀ ਗੱਲ ਤੋੜ ਨਹੀਂ ਚੜੀ। ਔਰ ਮੈਂ ਜਲਦੀ ਇਸ ਲਈ ਕਰ ਰਹੀ ਹਾਂ ਕਿ ਬਾਕੀ ਲੋਕਾਂ ਨੂੰ ਗੱਲ ਦਾ ਮੌਕਾ ਮਿਲੇ। ਤੇ ਜਿਹੜਾ ਨੌਜਵਾਨਾਂ ਲਈ ਹੈ, ਮੈਂ ਸਮਝਦੀ ਹਾਂ ਕਿ ਅਜੋਕਾ ਥੀਏਟਰ ਸ਼ਾਇਦ ਕੰਪੈਰੇਟਿਵਲੀ ਮੇਰੇ ਤੋਂ ਥੋੜ੍ਹਾ ਜਿਹਾ ਖੁਸ਼ਕਿਸਮਤ ਸੀ ਕਿ ਇਹਨਾਂ ਨੂੰ ਉਸ ਤਰ੍ਹਾਂ ਦੀ ਪਰਸੀਕਿਊਸ਼ਨ ਦਾ ਸਾਹਮਣਾ ਨਹੀਂ ਹੋਇਆ ਜਿਹੜਾ ਮੈਨੂੰ ਹੋਇਆ, ਕਿਉਂਕਿ ਮੇਰਾ ਇੱਕ ਇਨੀਸ਼ੀਏਟਿਵ ਸੀ ਕਿ ਨੌਜਵਾਨ ਬੱਚਿਆਂ ਨੂੰ ਇੰਡੀਆ ਲਿਜਾਇਆ ਜਾਏ ਔਰ ਇੰਡੀਆ ਤੋਂ ਨੌਜਵਾਨ ਬੱਚੇ ਇੱਥੇ ਆਉਣ। ਤੇ ਮੈਂ ਤਕਰੀਬਨ ਪੂਰੇ ਪਾਕਿਸਤਾਨ ਵਿੱਚੋਂ ਬੱਚੇ ਸਕੂਲ ਦੇ ਨਹੀਂ, ਕਾਲਜ ਔਰ ਯੂਨੀਵਰਸਿਟੀ ਦੇ 50 ਬੱਚਿਆਂ ਦਾ ਇੱਕ ਗਰੁੱਪ ਬਣਾ ਕੇ ਅਸੀਂ ਉਹਨਾਂ ਨੂੰ ਹਿੰਦੁਸਤਾਨ ਲੈ ਕੇ ਜਾਂਦੇ ਸਾਂ, ਕਿਉਂਕਿ ਇਹ ਕੋਈ ਫੰਡਡ ਐਕਟੀਵਿਟੀ ਨਹੀਂ ਸੀ, ਸਾਡੇ ਕੋਲ ਪੈਸੇ ਨਹੀਂ ਸਨ। ਅਸੀਂ ਅੰਮ੍ਰਿਤਸਰ ਬਾਦਰ ਟੱਪਦਿਆਂ ਹੀ ਗੋਲਡਨ ਟੈਂਪਲ ਵਿੱਚ ਰੋਟੀ ਖਾਂਦੇ ਸਾਂ, ਕਿਉਂਕਿ ਉਹ ਫ੍ਰੀ ਲੰਗਰ ਫ੍ਰੀ ਹੁੰਦਾ ਸੀ ਸਾਰੇ। ਔਰ ਫਿਰ ਅਸੀਂ ਅੱਗੇ ਆਪਣਾ ਸਫ਼ਰ, ਜਿਹੜੇ ਬੱਚੇ 5 ਦਿਨ ਜਾ ਕੇ ਉੱਥੇ ਹੋਸਟ ਫੈਮਲੀਜ਼ ਕੋਲ ਰਹਿੰਦੇ ਸਨ। ਬੱਚੇ ਹੁਣ ਠੀਕ ਹੈ, ਇਹ ਹਿਲ ਰਿਹਾ ਮੇਰਾ। ਤੇ ਮਕਸਦ ਸੀ ਕਿ ਬੱਚਿਆਂ ਦਾ ਪਰਸੈਪਸ਼ਨ ਬਦਲੀਏ, ਕਿਉਂਕਿ ਸਾਡੇ ਜਿਹੜੇ ਮੁਲਕ ਦੇ ਅੰਦਰ, ਜਿਹੜਾ ਕਿ ਹੁਣ ਹਿੰਦੁਸਤਾਨ ਵਿੱਚ ਵੀ ਹੋ ਰਿਹਾ, ਪਹਿਲੇ ਨਹੀਂ ਸੀ, ਜਿਹੜੇ ਧਾਰਮਿਕ ਇੰਸਟੀਟਿਊਸ਼ਨ ਨੇ, ਜਿਹੜੇ ਰਿਲੀਜੀਅਸ ਫੰਡਾਮੈਂਟਲਿਸਟ ਨੇ, ਉਹਨਾਂ ਨੇ ਗ੍ਰਿਪ ਇਸ ਮੁਲਕ 'ਤੇ ਮਜ਼ਬੂਤ ਕਰ ਲਈ ਔਰ ਦੂਜੇ ਮਜ਼ਾਹਿਬ ਦੇ ਬਾਰੇ, ਦੂਜੇ ਫੇਥ ਔਰ ਉਹਨਾਂ ਦੇ ਬਾਰੇ 'ਚ ਇੱਕ ਐਸੀ ਕਨਸੈਪਸ਼ਨ ਬਣਾਏ ਕਿ ਫਲਾਣੇ ਜਿਹੜੇ ਨੇ ਇਸ ਮਜ਼ਹਬ ਦੇ ਲੋਕ ਜਿਹੜੇ ਨੇ ਉਹਨਾਂ ਦੇ ਸਿਰ 'ਤੇ ਸਿੰਘ ਹੋਣਗੇ, ਇਸ ਮਜ਼ਹਬ ਦੇ ਲੋਕ ਉਹਨਾਂ ਕੋਲੋਂ ਬੋ ਆਉਂਦੀ। ਇਹ ਬੱਚੇ ਜਿਹੜੇ ਸਾਡੇ ਇੱਧਰੋਂ ਜਾਂਦੇ ਸਨ, ਉੱਥੇ ਜਾ ਕੇ ਘਰਾਂ 'ਚ ਰਹਿੰਦੇ ਸਨ, ਉਹ ਹਿੰਦੁਸਤਾਨ ਤੋਂ ਬੱਚੇ, ਕ੍ਰਿਸਚਨ, ਹਿੰਦੂ, ਸਿੱਖ ਬੱਚੇ, ਉਹ ਆ ਕੇ ਇੱਥੇ ਮੁਸਲਮਾਨਾਂ ਦੇ ਘਰਾਂ 'ਚ ਰਹਿੰਦੇ ਸਨ। ਉਹਨਾਂ ਦਾ ਇੱਕ ਲੌਂਗ ਟਰਮ ਇੱਕ ਪੱਕਾ ਰਿਸ਼ਤਾ ਬਣ ਗਿਆ, ਇਸ ਲੈਵਲ ਦਾ ਰਿਸ਼ਤਾ ਕਿ ਮੈਨੂੰ ਫੋਨ ਕਰਕੇ ਦੱਸਦੇ ਸਨ ਉਹ ਸ਼ੁਰਤੀ ਦੀਦੀ ਦੀ ਮੰਗਣੀ ਹੋ ਗਈ। ਅੱਛਾ, ਮੈਂ ਕਹਿੰਦੀ ਸਾਂ ਕਿਵੇਂ ਪਤਾ? ਉਹ ਫੇਸਬੁੱਕ 'ਤੇ ਪਤਾ। ਆਪਸ ਵਿੱਚ ਦੋਸਤ ਬਣ ਗਏ। ਇੱਥੇ ਹਾਲ ਵਿੱਚ ਕਾਫੀ ਸਾਰੇ ਯੰਗ ਲੋਕ ਮੌਜੂਦ ਨੇ। ਸਰਕਾਰਾਂ ਦੀ, ਕਿਉਂਕਿ ਇਸ ਵਕਤ ਪਿਛਲੇ 1 ਸਾਲ ਦੇ ਅੰਦਰ ਪਾਕਿਸਤਾਨ ਨੇ ਦਿਲ ਖੁੱਲ੍ਹਾ ਕੀਤਾ ਵੀਜ਼ਾ ਦੇਣ ਵਿੱਚ, ਕਾਫੀ ਇੰਡੀਅਨਸ ਨੂੰ ਵੀਜ਼ੇ ਮਿਲ ਰਹੇ ਹਨ। ਉਹਦੇ 'ਤੇ ਮੇਰਾ ਸਿਰਫ ਓਬਜੈਕਸ਼ਨ ਹੈ ਕਿ ਸਿਰਫ ਰਿਲੀਜੀਅਸ ਲੋਕਾਂ ਨੂੰ ਵੀਜ਼ੇ ਨਾ ਮਿਲਣ। ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਉੱਥੇ ਜਾ ਕੇ ਤੇ ਉਹ ਨਿਜ਼ਾਮੁਦੀਨ ਔਲੀਆ ਤੇ ਅਜਮੇਰ ਸ਼ਰੀਫ ਨਹੀਂ, ਉਸ ਤੋਂ ਇਲਾਵਾ ਹੋਰ ਚੀਜ਼ਾਂ ਵੀ ਵੇਖਣਾ ਚਾਹੁੰਦੇ ਨੇ, ਤੇ ਉਹ ਜਿਹੜੇ ਸਿਰਫ ਮਜ਼ਹਬੀ ਵੀਜ਼ੇ ਨਾ ਦਿੱਤੇ ਜਾਣ, ਲੋਕ ਜਨਰਲੀ ਜਾਣ, ਉਹਨਾਂ ਦੀ ਪਹਿਲੇ ਇੱਥੇ ਵੈਰੀਫਿਕੇਸ਼ਨ ਕਰ ਲਓ, ਉਸ ਤੋਂ ਬਾਅਦ ਉਹਨਾਂ ਨੂੰ ਜਾਣ ਦਿਓ। ਔਰ ਅਸੀਂ ਜਦੋਂ ਦੀ ਅਸੀਂ 2010-11 'ਚ ਇੱਕ ਕੰਪੇਨ ਚਲਾਈ ਸੀ 1 ਸਾਲ ਦੀ, ਪਾਕਿਸਤਾਨ ਇੰਡੀਆ ਰਿਲੈਕਸ ਵੀਜ਼ਾ ਪੋਲਿਸੀ, ਜਿਹਦੇ 'ਚ ਅਸੀਂ 1 ਲੱਖ ਲੋਕਾਂ ਦੇ ਸਾਈਨ ਕਰਾ ਕੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਯੂਸਫ ਰਾਜ਼ਾ ਗਿਲਾਨੀ ਨੂੰ ਸਬਮਿਟ ਕਰਾਈ। ਉਹ ਸਾਰੇ ਲੱਖ ਸਿਗਨੇਚਰ ਔਰ ਹਿੰਦੁਸਤਾਨ ਵਿੱਚ ਇਕੱਲੇ ਉੱਥੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਨੂੰ ਨਹੀਂ ਪਹੁੰਚ ਸਕੇ। ਤੇ ਹੁਣ ਡਿਜੀਟਲ ਜ਼ਮਾਨਾ ਹੈ, ਅਗਰ ਵੀਜ਼ਾ ਨਹੀਂ ਵੀ ਮਿਲਦਾ ਤੇ ਆਪਣੀ ਇੰਗੇਜਮੈਂਟ ਹੈ। ਅਸਲ ਚੀਜ਼ ਹੈ ਆਪਣੇ ਅੰਦਰੋਂ ਨਫ਼ਰਤ ਮੁਕਾਉਣਾ, ਰੈਡੀਕਲਾਈਜੇਸ਼ਨ ਨੂੰ ਰਿਡਿਊਸ ਕਰਨਾ, ਸਾਰਿਆਂ ਨੂੰ ਇਨਸਾਨ ਸਮਝਣਾ, ਬਰਾਬਰ ਦਾ ਅਸੀਂ ਇੱਕੋ ਹਾਂ, ਸਾਡੇ ਇੱਕੋ ਹੀਰੋ ਨੇ। 2007 ਵਿੱਚ ਕੁਲਦੀਪ ਨਈਅਰ ਸਾਹਿਬ ਉਹਨਾਂ ਨੂੰ ਭਗਤ ਸਿੰਘ ਦੇ ਨੈਫਿਊਜ਼ ਦੇ ਨਾਲ ਇੱਥੇ ਆਏ ਲਾਹੌਰ ਵਿੱਚ, ਇੱਕ ਮੀਟਿੰਗ ਉਹਨਾਂ ਨੇ ਕੀਤੀ। ਉਹਨਾਂ ਨੇ ਕਿਹਾ ਕਿ ਤੂੰ ਇੰਨਾ ਇੱਥੇ ਰੌਲਾ ਪਾਉਂਦੀ ਹੈ, ਤੇ ਇਹ ਭਗਤ ਸਿੰਘ ਨੂੰ ਇੱਥੇ ਫਾਂਸੀ ਲੱਗੀ ਸੀ, ਉਹ ਜਗ੍ਹਾ ਲੱਭੋ। ਅਸੀਂ ਸੈਂਟਰਲ ਜੇਲ੍ਹ ਵਿੱਚ ਜਾ ਕੇ ਉੱਥੋਂ ਨਕਸ਼ਾ ਕਢਾਇਆ, ਪਤਾ ਲੱਗਿਆ ਕਿ ਜਿਹੜੀ ਫਾਂਸੀ ਵਾਲੀ ਜਗ੍ਹਾ ਉੱਥੇ ਸ਼ਾਦਮਾਨ ਚੌਕ ਬਣ ਗਿਆ। ਔਰ ਉਹ ਅਸੀਂ ਇੱਕ ਕੰਪੇਨ ਚਲਾਈ ਕਿ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਚੌਕ ਰੱਖਿਆ ਜਾਏ। ਇਹ ਵੀ ਬਹੁਤ ਪੁਰਾਣੀ ਗੱਲ ਹੈ।
फिर मौलवियां ने मदिया मेरे नाल मौजूद सी जदों मौलवियां ने सानू कुटिया मदिया नू ते मैनू दोवां नू शादवान चौक विच पुलिस थोड़ी देर ना लाई क्योंकि ये जी मौकियां पुलिस हमेशा देर ना लांदी असी अदालत विच उहदे ते रिट कीती है जदों असी बैक डोर चैनल्स के जरिए जजां नू मिन्नत करने साडा केस खोलो जवाब आंदा है तैनू मरन दा बहुत शौक है आराम नाल बह ते यह साडी स्टोरी है ते तुहाडा सब दा बहुत शुक्रिया तुसीं इत्थे आए ते असीं बाकमाल सईदा आपा एक गल तुसी मेरी खो लई मैं किसी होर तरीके नाल मुर्शद बाबा नजमी दा तारुफ तुहाडे सारे नाल कराउणा सी पर तुसी करवा दिता मेरा तुसी ड्यूटी निभा लई बाबा नजमी जी तुहाडा इस्तकबाल तुसी सिर ते हाथ रखो ਇਹ ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਅਸੀਂ ਪਾਸਟ ਦੀ ਗੱਲ ਕਿ ਅਸੀਂ ਹੁਣ ਤੱਕ ਇਹ ਕੁਝ ਕੀਤਾ ਮੇਰੀ ਗੁਜ਼ਾਰਿਸ਼ ਡਾਕਟਰ ਬਹਿਲ ਨੂੰ ਕਿ ਬਹਿਲ ਸਾਹਿਬ ਅਸੀਂ ਇਹਨੂੰ ਅੱਗੇ ਕਿਵੇਂ ਤੋਰ ਸਕਦੇ ਹਾਂ ਕਿਉਂਕਿ ਤੁਸੀਂ ਤੁਹਾਡੀ ਵਾਬਸਤਗੀ ਜਿਹੜੀ ਹੈ ਉਹ ਕੰਪਲੀਟ ਨਵੀਂ ਜਨਰੇਸ਼ਨ ਦੇ ਨਾਲ ਹੈ ਸਟੂਡੈਂਟਸ ਦੇ ਨਾਲ ਹੈ ਉਹਨਾਂ ਦੇ ਨਾਲ ਹੈ ਜਿਨ੍ਹਾਂ ਨੇ ਹਾਲੇ ਕੱਲ੍ਹ ਦਾ ਮੁਆਸ਼ਰਾ ਤਿਆਰ ਕਰਨਾ ਹੈ ਕੱਲ੍ਹ ਦੀ ਕੌਮਾਂ ਦੀ ਨੁਮਾਇੰਦਗੀ ਕਰਨੀ ਹੈ ਮੁਲਕਾਂ ਨੂੰ ਤਿਆਰ ਕਰਨਾ ਤੁਸੀਂ ਇਸ ਸਾਂਝੇ ਪੰਜਾਬ ਦੇ ਇਸ ਕਨਸੈਪਟ ਨੂੰ ਹੁਣ ਤੱਕ ਦੀਆਂ ਗੱਲਾਂ ਤੋਂ ਅੱਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੁਖਤਸਰ ਹੋਣ ਦੀ ਨਾਲ ਕੰਡੀਸ਼ਨ ਵੀ ਲਾਈ ਹੋਈ ਹੈ ਤੇ ਅਸੀਂ ਜਿਹੜੇ ਸ਼ਹਿਰ 'ਚ ਬੈਠੇ ਹਾਂ ਭਾਇਆਂ ਨੇ ਇੱਥੇ ਤੇ ਬਦਦੁਆ ਵੀ ਮੁਖਤਸਰ ਨਹੀਂ ਦਿੰਦੇ ਲੋਕ ਵੈਸੇ ਬਦਦੁਆ ਤੋਂ ਤੁਸੀਂ ਮੇਰੀ ਮੁਰਾਦ ਸਮਝ ਹੀ ਗਏ ਹੋਵੋਗੇ ਤੇ ਮੈਂ ਸਵਾਲ ਤੇ ਆਨਾ ਮੈਂ ਬਹੁਤ ਛੋਟੀ ਰੱਖਾਂਗਾ ਗੱਲ ਆਪਣੀ ਕਿਉਂਕਿ ਟਾਈਮ ਦੀ ਵਾਕਈ ਕਿੱਲਤ ਹੈ ਜੇ ਗ੍ਰੇਸ ਪੀਰੀਅਡ ਮਿਲੇਗਾ ਤਾਂ ਮੈਂ ਕਰ ਦਿਆਂਗਾ ਜੀ ਆਰਾਮ ਨਾਲ ਇਹ ਮੈਨੂੰ ਇਹ ਲੱਗਦਾ ਹੈ ਜੀ ਕਿ ਅਸੀਂ ਹੁਣੇ ਆਪਣੇ ਪ੍ਰੀਤੀ ਹੋਰਾਂ ਨੇ ਗੱਲ ਕੀਤੀ ਮੇਰੇ ਵਾਲਦ ਸਾਹਿਬ ਗੁਜਰਾਂਵਾਲੇ ਤੋਂ ਗਏ ਨੇ ਔਰ ਅਸੀਂ ਉਹ ਜਨਰੇਸ਼ਨ ਆ ਜਿਨ੍ਹਾਂ ਨੇ ਆਪਣੇ ਵਾਲਦਾਇਨ ਤੋਂ ਗੁਜਰਾਂਵਾਲਾ ਸਿਆਲਕੋਟ ਰਾਵਲਪਿੰਡੀ ਪਸ਼ਾਵਰ ਇਹਨਾਂ ਸਾਰਿਆਂ ਦੀਆਂ ਅਸੀਂ ਇੰਝ ਸਾਡੇ ਲਈ ਕਿ ਉਹ ਜਿਵੇਂ 100 Years of Solitude ਲਿਖਿਆ ਹੋਇਆ ਹੈ ਇੱਕ ਨਾਵਲ ਤੇ ਸਾਡੇ ਲਈ ਇਹ ਉਸੇ ਤਰ੍ਹਾਂ ਇੱਕ ਮੈਜਿਕ ਰੀਅਲਿਜ਼ਮ ਵਾਲੀਆਂ ਪਲੇਸਿਸ ਨੇ ਇਹੋ ਜਿਹੀਆਂ ਜਗ੍ਹਾ ਨੇ ਅਸੀਂ ਜੀਂਦੇ ਹਾਂ ਨਾ ਜਗ੍ਹਾ ਨੂੰ ਸਾਡੇ ਇਹ ਜੈਨੇਟਿਕ ਕੋਡ 'ਚ ਆ ਗਈ ਅਸੀਂ ਇੱਥੇ ਰਹੇ ਤੇ ਨਹੀਂ ਪਰ ਥਰੂ ਆਰ forefathers our fathers it has come into our ਪਰ ਮੈਨੂੰ ਉਹੀ ਫਿਕਰ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਸ਼ਾਇਦ ਉਦੋਂ ਤੱਕ ਇਹ ਗੱਲ ਨਹੀਂ ਪਹੁੰਚੇਗੀ ਅਸੀਂ ਪੋਸਟੈਰਿਟੀ ਸੇਕ ਮਾਜ਼ੀ ਨੂੰ ਰੋਮਾਂਟਿਸਾਈਜ਼ ਬਹੁਤ ਕਰਦੇ ਹਾਂ ਬੜੀਆਂ ਗੱਲਾਂ ਕਰਦੇ ਹਾਂ ਮੈਨੂੰ ਲੱਗਦਾ ਹੁਣ ਵਕਤ ਹੈ ਕਿ ਇਸ ਤੋਂ ਪਹਿਲਾਂ ਕਿ ਇਹ ਸਾਰਾ ਕੁਝ ਗੁਆਚ ਜਾਏ ਅਸੀਂ ਜਿਹੜੀ ਨਵੀਂ ਜਨਰੇਸ਼ਨ ਹੈ ਉਹਦੇ ਵਾਸਤੇ ਕੁਝ ਇਨੀਸ਼ੀਏਟਿਵਸ ਲੈ ਲਈਏ ਉਹਦੇ ਲਈ ਮੈਂ ਕੰਕਰੀਟ ਗੱਲਾਂ ਕਰਾਂਗਾ ਬਾਕੀ ਸਾਰਿਆਂ ਨੇ ਬਹੁਤ ਵੈਲ ਕੀਤਾ ਅਬਾਊਟ ਐਵਰੀਥਿੰਗ ਐਲਸ ਮੈਨੂੰ ਲੱਗਦਾ ਹੈ ਕਿ ਇੱਕ ਜਿਹੜਾ ਡਾਕੂਮੈਂਟਰੀ 'ਚ ਵੀ ਉਹਨਾਂ ਨੇ ਕਿਹਾ ਕਿ ਸਾਡਾ ਬਹੁਤ ਸਾਰਾ ਇੱਥੇ ਜਿਹੜਾ ਨਵਾਂ ਲਿਟਰੇਚਰ ਹੋ ਰਿਹਾ ਪਾਕਿਸਤਾਨ ਦੇ ਵਿੱਚ ਜਿਹੜੇ ਨਵੇਂ ਸ਼ਾਇਰ ਨੇ ਜਿਹੜੇ ਨਵੇਂ ਅਫਸਾਨਾ ਨਿਗਾਰ ਨੇ ਲਿਖਣ ਵਾਲੇ ਨੇ ਅੰਗਰੇਜ਼ੀ ਉਰਦੂ ਸ਼ਾਹਮੁਖੀ ਦੇ ਵਿੱਚ ਜਿੰਨੇ ਵੀ ਰਾਈਟਰ ਨੇ ਸਾਨੂੰ ਉੱਧਰ ਬਿਲਕੁਲ ਨਹੀਂ ਪਤਾ ਉਹਨਾਂ ਦਾ ਅਸੀਂ ਬਹੁਤਾ ਹੱਲਾ ਮਾਰਦੇ ਹਾਂ ਅਤੇ ਅਸੀਂ ਫਰਾਜ਼ ਅਹਿਮਦ ਫਰਾਜ਼ ਅਤੇ ਪਰਵੀਨ ਸ਼ਾਕਰ 'ਤੇ ਆ ਕੇ ਰੁਕ ਜਾਂਦੇ ਹਾਂ ਉਸ ਤੋਂ ਅੱਗੋਂ ਕੀ ਹੋ ਰਿਹਾ ਇੱਥੇ ਲਾਹੌਰ ਦੇ ਵਿੱਚ ਜਾਂ ਬਾਕੀ ਪਾਕਿਸਤਾਨ ਦੇ ਵਿੱਚ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਅਸੀਂ ਨਹੀਂ ਜਾਣਦੇ ਕੁਝ ਲੋਕਾਂ ਦਾ ਪਿੱਛੇ ਜੇ ਫੇਸਬੁੱਕ ਦੇ ਥਰੂ ਇੱਥੇ ਬੈਠੇ ਨੇ ਖਦੀਜਾ ਆਜ਼ਮ ਹੈਗੇ ਨੇ ਇਹਨਾਂ ਦੇ ਥਰੂ ਕੁਝ ਸ਼ਾਇਰਾਂ ਦਾ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਕਲਾਮ and I was amazed at the quality of literature that is being produced in Pakistan ਉਸੇ ਤਰ੍ਹਾਂ ਮੈਨੂੰ ਲੱਗਦਾ ਜਿਹੜਾ ਖਸਾਰਾ ਤੁਹਾਡਾ ਹੈ ਕਿ ਜਿਹੜਾ ਉੱਥੋਂ ਦਾ ਲਿਟਰੇਚਰ ਹੈ ਉਹ ਜਿਹੜਾ ਨਵੀਂ ਜਨਰੇਸ਼ਨ ਕਰ ਰਹੀ ਹੈ ਤੁਹਾਨੂੰ ਉਹਦਾ ਨਹੀਂ ਪਤਾ Preeti has a background of being a publishing agent and literary agent for a very long time ਤੇ ਮੇਰੀ ਮਾਝਾ ਹਾਊਸ ਤੇ ਫੈਜ਼ ਫਾਊਂਡੇਸ਼ਨ ਦੋਵਾਂ ਨੂੰ ਗੁਜ਼ਾਰਿਸ਼ ਹੈ ਕਿ I think we should take an initiative ਜਿੱਥੇ ਇੱਥੋਂ ਦਾ ਲਿਟਰੇਚਰ ਉੱਥੇ ਟਰਾਂਸਲੇਟ ਤੇ ਟਰਾਂਸਲਿਟਰੇਟ ਹੋਏ ਤੇ ਇੱਥੋਂ ਦਾ ਲਿਟਰੇਚਰ ਜਿਹੜਾ ਉੱਥੋਂ ਦਾ ਉਹ ਇੱਧਰ ਹੋਏ ਤੇ ਮੈਨੂੰ ਲੱਗਦਾ ਇਹ ਅੱਜ ਦੀ ਇੱਕ ਕੋਈ ਕੰਕਰੀਟ ਸਾਡੀ ਅਚੀਵਮੈਂਟ ਹੋਣੀ ਇਹ ਨਹੀਂ ਵੀ ਅਸੀਂ ਗੱਲਾਂ ਕਰਕੇ ਤੇ ਫਿਰ ਤੁਰ ਜਾਈਏ ਫੈਜ਼ ਫੈਸਟੀਵਲ ਖਤਮ ਹੋ ਜਾਏ ਇਹ ਇੱਕ ਕੰਕਰੀਟ ਸਾਡਾ ਸਟੈਪ ਜ਼ਰੂਰ ਹੋਣਾ ਚਾਹੀਦਾ ਮੇਰੀ ਗੁਜ਼ਾਰਿਸ਼ ਹੈ ਤੁਹਾਡੇ ਦੋਵੇਂ ਅਦਾਰਿਆਂ ਨੂੰ ਕਿ ਆਪਾਂ ਇਹਦੇ ਲਈ ਜ਼ਰੂਰ ਕੁਝ ਕਰੀਏ ਔਰ ਕਿਉਂਕਿ ਅਸੀਂ ਆਪਣੇ ਆਪਣੇ ਖਿੱਤੇ 'ਚ ਕੰਮ ਕਰ ਰਹੇ ਹਾਂ ਮੈਨੂੰ ਲੱਗਦਾ ਇੱਕ ਮਾਝਾ ਹਾਊਸ ਦੀ ਬ੍ਰਾਂਚ ਇੱਥੇ ਹੋਣੀ ਚਾਹੀਦੀ ਹੈ ਤੇ ਇੱਕ ਫੈਜ਼ ਫਾਊਂਡੇਸ਼ਨ ਦੀ ਬ੍ਰਾਂਚ ਉੱਥੇ ਹੋਣੀ ਚਾਹੀਦੀ ਹੈ ਐਂਡ ਮੈਂ ਚਾਹਾਂਗਾ ਕਿ ਤੁਹਾਡੇ 'ਚੋਂ ਹੀ ਯੰਗ ਜਨਰੇਸ਼ਨ ਜਿਹੜੀ ਹੈ ਮੈਨੂੰ ਮੌਕਾ ਮਿਲਿਆ ਉਹਨਾਂ ਨਾਲ ਗੱਲ ਕਰਨ ਦਾ ਉਹ ਆਪਣੇ ਆਪ ਵੋਲੰਟੀਅਰਸ ਬਣਨ ਸਾਡੇ
ਤੇ ਇਸ ਇਨੀਸ਼ੀਏਟਿਵ ਨੂੰ, ਇਸ ਚੀਜ਼ ਨੂੰ ਅੱਗੇ ਲੈ ਕੇ ਜਾਣ। ਦੇਖੋ ਪੋਲੀਟੀਕਲ ਸਪੇਸ ਜੋ ਹੁੰਦਾ ਰਹਿਣਾ ਉਹ ਹੁੰਦਾ ਰਹਿਣਾ, ਲੈਟ ਅਸ ਇਗਨੋਰ ਇਟ। ਸਾਡੀ ਜਿਹੜੀ ਆਪਣੀ ਕਲਚਰਲ ਸਪੇਸ है ना कि वो उनका फ़र्ज़ जो है वो अहले सियासत जाने, मेरा पैगाम मोहब्बत है जहाँ तक पहुँचे। ਮੈਨੂੰ ਲੱਗਦਾ ਕਿ ਇਹ ਇਸ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਆਪਣੀ ਸਾਰੀ ਜਿਹੜੀ ਇਹ ਗੱਲਬਾਤ ਅੱਗੇ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਮੈਨੂੰ ਉਧਰੋਂ ਅਲਾਰਮ ਹੋ ਗਿਆ, ਪਰ ਤੁਸੀਂ 3 ਮਿੰਟ ਸਾਨੂੰ ਲੇਟ ਸ਼ੁਰੂ ਕਰਾਇਆ, ਉਹ 3 ਮਿੰਟ ਤੁਹਾਨੂੰ ਦੇਣੇ ਪੈਣਗੇ। ਗਿੱਲ ਸਾਹਿਬ, ਗੁੱਗੂ ਗਿੱਲ, ਕੁਲਮਿੰਦਰ ਗਿੱਲ, ਜਿਸ ਤਰ੍ਹਾਂ ਮੈਂ ਪਹਿਲਾਂ ਇਹਨਾਂ ਦੇ ਬਾਰੇ ਤਾਰਫ ਤੁਹਾਨੂੰ ਦੱਸਿਆ ਸੀ, ਅਸੀਂ ਅਦਬ, ਵਿਰਾਸਤ, ਜ਼ੁਬਾਨ, ਖਾਣੇ, ਪਹਿਰਾਵੇ, ਸ਼ਾਇਰੀ, ਕਲਾਮ, ਅਫਜ਼ਾਨਾ ਨਿਗਾਰੀ, ਇਸ ਤੋਂ ਅੱਗੇ ਵੀ ਪੰਜਾਬ ਹੈ। ਕਦੀ ਅਸੀਂ ਉਹਦੇ ਬਾਰੇ ਸੋਚਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਕੀ ਦੇਖਦੇ ਹਾਂ ਕਿ ਇਹਨਾਂ ਚੀਜ਼ਾਂ ਤੋਂ ਬਿਯੋਂਡ ਕਿਹੜਾ ਸਸਟੇਨੇਬਲ ਮੋਡ ਬਣ ਸਕਦਾ ਹੈ ਗਿੱਲ ਸਾਹਿਬ, ਜਿਹੜਾ ਇਸ ਸੋਚ, ਇਸ ਕਨਸੈਪਟ ਨੂੰ, ਸਾਂਝੇ ਪੰਜਾਬ ਦੇ ਨੂੰ ਕਾਇਮ ਰੱਖ ਸਕੇ ਤੇ ਉਹਨੂੰ ਅੱਗੇ ਵਧਾਉਣ ਦੇ ਵਿੱਚ ਸਾਡੇ ਸਾਰਿਆਂ ਦਾ ਸਾਥੀ ਬਣ ਸਕੇ। ਥੈਂਕ ਯੂ। ਮੈਂ ਬਿਲਕੁਲ ਬਰੀਫ ਰੱਖਾਂਗਾ। ਇੱਕ ਵਰਡ 'ਚ digital cooperation, that is the future. I come from an IT background. I'm among the first generation executives and turned entrepreneurs who have brought in several new products and services. Zoom transformed everything. Everybody understands remote working. There is a new मैं एक Zoom the internet generation ਹੁਣ ਆ ਰਹੀ ਹੈ, ਆਵਾਜ਼ ਆ ਰਹੀ ਹੈ? ਜੀ ਜੀ। ਉਹਦੇ ਨਾਲ ਬਿਲਕੁਲ ਟਰਾਂਸਫਾਰਮ ਹੋ ਰਿਹਾ ਆ ਬਿਜ਼ਨਸ ਕੰਡਕਟ ਕਰਨ ਦੇ ਤਰੀਕੇ। ਜਿੱਦਾਂ ਬੈਲ ਸਾਹਿਬ ਨੇ ਦੱਸਿਆ ਕਿ ਪਬਲਿਸ਼ਿੰਗ 'ਚ ਟਰਾਂਸਲੇਟ ਕਰਕੇ ਦੋਵੇਂ ਪਾਸਿਓਂ ਇੱਕ ਇਕਨੋਮਿਕ ਕੋਆਪਰੇਸ਼ਨ ਹੋ ਸਕਦੀ ਆ, ਇੱਕ ਕੋਆਪਰੇਸ਼ਨ ਹੋ ਸਕਦੀ ਆ। ਉਸ ਕੋਆਪਰੇਸ਼ਨ ਦੇ ਨਾਲ ਟਰਸਟ ਬਣਦਾ ਆ, ਟਰਸਟ ਦੇ ਨਾਲ ਨਵੀਆਂ ਹੋਰ ਇਨੀਸ਼ੀਏਟਿਵਸ ਹੋ ਜਾਂਦੀਆਂ ਨੇ। ਸਾਡੇ ਵੱਲ ਪੰਜਾਬ, ਇੰਡੀਆ ਪੰਜਾਬ ਇੱਕ ਇਕਨੋਮਿਕ ਕੰਪਲਸ਼ਨ ਹੈਗੀ ਆ ਨਵੇਂ ਇਕਨੋਮਿਕ ਐਕਟੀਵਿਟੀਜ਼ ਕਰਨ ਦੇ, ਕਿਉਂਕਿ ਐਗਰੀਕਲਚਰ ਇਕੋਨਮੀ ਹੈਗੀ ਹੈ ਸਾਡੀ, ਐਗਰੀਕਲਚਰ ਇਕੋਨਮੀ ਫੇਲ ਹੈਗੀ ਹੈ, ਇਟਸ ਨਾਟ ਡੂਇੰਗ ਵੈਲ। ਦੂਜੇ ਪਾਸਿਓਂ ਜਿਹੜਾ IT ਰੈਵੋਲੂਸ਼ਨ ਉਹ ਪੰਜਾਬ 'ਚ ਨਹੀਂ ਆਇਆ, ਬਾਕੀ ਸਟੇਟਾਂ 'ਚ ਗਿਆ। ਅਤੇ ਮੈਨੂੰ ਲੱਗਦਾ ਆ ਕਿ ਜੇ ਅਸੀਂ ਨਵੀਆਂ ਆਊਟ ਆਫ ਦੀ ਬਾਕਸ ਓਪਰਚੁਨਿਟੀਜ਼ ਸੋਚਾਂਗੇ ਤੇ ਉਹ 'ਚ ਸਕੋਪ ਹੈਗਾ ਆ ਜਿਹ 'ਚ ਨੌਜਵਾਨ ਆਪਸ 'ਚ ਕੋਆਪਰੇਟ ਕਰ ਸਕਣਗੇ। ਅਤੇ ਉਹਦੇ ਉਸ ਡਾਇਰੈਕਸ਼ਨ 'ਚ ਜਿਹੜਾ ਕੰਕਰੀਟ ਸਟੈਪ ਹੋ ਸਕਦਾ ਆ ਉਹ ਹੈਗਾ ਕਿ ਇੱਥੋਂ ਇੱਕ ਗਰੁੱਪ, ਅਤੇ ਉੱਥੋਂ ਅਸੀਂ ਕੰਮ ਕਰ ਰਹੇ ਹਾਂ ਆਲਰੇਡੀ ਪੰਜਾਬ 'ਚ ਇੱਕ ਅਸੀਂ ਗਰੁੱਪ ਬਣਾਇਆ। ਅਸੀਂ ਲਿਸਟ ਕਰ ਰਹੇ ਹਾਂ ਕਿਹੜੇ ਪ੍ਰੋਬਲਮਸ ਹੈਗੀਆਂ ਨੇ ਜਿਹੜੇ ਟੈਕਨੋਲੋਜੀ ਨਾਲ ਸੋਲਵ ਹੋ ਸਕਦੇ ਨੇ। ਇੱਦਾਂ ਹੀ ਇਸ ਪਾਸੇ ਪ੍ਰੋਬਲਮ ਦੀ ਲਿਸਟ ਬਣੇ। ਇੱਥੇ ਇੰਡਸਟਰੀ ਉਹਨਾਂ ਪ੍ਰੋਬਲਮ ਨੂੰ ਸੋਲਵ ਕਰਨ ਲਈ ਕੋਸ਼ਿਸ਼ ਕਰ ਰਹੀ ਹੈ, ਸੋਲੂਸ਼ਨ ਲੱਭ ਰਹੀ ਆ, ਅਸੀਂ ਵੀ ਲੱਭ ਰਹੇ ਹਾਂ। ਅਤੇ ਅਸੀਂ ਨੌਲੇਜ ਐਕਸਚੇਂਜ ਕਰੀਏ ਅਤੇ ਉੱਥੋਂ ਅਸੀਂ ਅੱਗੇ ਲੈ ਕੇ ਜਾਈਏ। ਆਈ ਥਿੰਕ ਦੈਟ ਇਜ਼ ਦ ਫਿਊਚਰ। ਬਹੁਤ ਸ਼ੁਕਰੀਆ। ਵਕਤ ਵੀ ਸਾਡੇ ਕੋਲ ਮਹਿਦੂਦ ਹੈ ਅਤੇ ਗੱਲਾਂ ਬਹੁਤ ਨੇ, ਸੋ ਮੇਰੀ ਗੁਜ਼ਾਰਿਸ਼ ਹੈ ਕਿ ਜੇ ਆਡੀਅנס ਵਿੱਚੋਂ ਕੋਈ ਕੁਐਸਚਨ ਕਰਨਾ ਚਾਹੁੰਦਾ ਹੋਵੇ, ਕੋਈ ਦਿਲ ਦੀ ਗੱਲ ਕਰਨੀ ਚਾਹੁੰਦਾ ਹੋਵੇ ਤਾਂ ਮੈਂ ਹਾਊਸ ਇਜ਼ ਓਪਨ ਫॉर ਅ ਮਿੰਟ। ਕੁਐਸਚਨ ਤੋਂ ਪਹਿਲੇ ਮੈਂ ਇੱਕ ਗੱਲ ਭੁੱਲ ਗਈ ਸਾਂ ਕਿ ਮੇਰਾ ਨਾਂ ਦੀਪ ਇਸ ਲਈ ਰੱਖਿਆ ਗਿਆ ਕਿ ਮੇਰੀ ਦਾਦੀ ਦੀ ਇੱਕ ਸਹੇਲੀ ਸੀ ਹਿੰਦੂ ਪਾਰਟੀਸ਼ਨ ਤੋਂ ਪਹਿਲੇ ਜਿਹਦਾ ਨਾਂ ਦੀਪਾ ਸੀ, ਅਤੇ ਉਹ ਦਾਦੀ ਚਾਹੁੰਦੀ ਸੀ ਕਿ ਉਹ ਸਹੇਲੀ ਦਾ ਨਾਂ ਜਿਹੜਾ ਹੈ ਘਰ 'ਚ ਕੁੜੀਆਂ ਦਾ ਰੱਖਿਆ ਜਾਏ, ਅਤੇ ਮੈਂ ਕਿਹਾ ਵੀ ਤੁਹਾਨੂੰ ਦੱਸ ਦਿਆਂ। ਜੀ ਬਹੁਤ ਕਮਾਲ ਦੀ ਗੱਲ ਕੀਤੀ। ਅਸੀਂ ਕੋਸ਼ਿਸ਼ ਕੀਤੀ ਪੰਜਾਬ ਇਸ ਮਾਝੇ ਤੋਂ ਬਾਹਰ ਨਿਕਲ ਕੇ ਫੈਸਲਾਬਾਦ ਲਾਇਲਪੁਰ ਦੇ ਨਾਲ ਜੁੜੇ, ਮੁਲਤਾਨ ਦੇ ਨਾਲ ਜੁੜੇ, ਫਿਰ ਦੁਨੀਆ ਦੇ ਵਿੱਚੋਂ ਜਿਹੜੇ ਸਾਡੇ ਡਾਇਸਪੋਰਾ ਪੰਜਾਬ ਹੈ ਅਸੀਂ ਉਹਨਾਂ ਨੂੰ ਇਕੱਠਿਆਂ ਕੀਤਾ। ਮਤਲਬ ਅਸੀਂ ਫਰਾਂਸ ਦੇ ਵਿੱਚੋਂ, ਆਸਟ੍ਰੇਲੀਆ ਦੇ ਵਿੱਚੋਂ, ਆਇਰਲੈਂਡ ਦੇ ਵਿੱਚੋਂ, ਇੰਡੋਨੇਸ਼ੀਆ ਦੇ ਵਿੱਚੋਂ ਵੀ ਪੰਜਾਬੀ ਲੱਭੇ ਅਤੇ ਅਸੀਂ ਮਾਝਾ ਹਾਊਸ ਦੇ ਉਹਨਾਂ ਜ਼ੂਮ ਸੈਸ਼ਨ ਦੇ ਵਿੱਚ ਉਹਨਾਂ ਨੂੰ ਲਿਆਂਦਾ ਔਰ ਉਹਨਾਂ ਦੇ ਜਿਹੜੇ ਪੱਖ ਨੇ, ਜਿਹੜੀਆਂ ਉਹਨਾਂ ਦੀਆਂ ਤਵਾਰੀਖੀ ਉਹਨਾਂ ਦੇ ਕੋਲ ਜ਼ਖੀਰੇ ਨੇ,
ਉਹਨਾਂ ਨੂੰ ਅਸੀਂ ਸ਼ੇਅਰ ਕੀਤਾ ਐਂਡ ਆਈ ਥਿੰਕ ਪ੍ਰੋਬਬਲੀ ਅਸੀਂ ਕਾਮਯਾਬ ਹੋਏ ਔਰ ਤੁਹਾਡੀ ਸਾਰਿਆਂ ਦੇ ਸਾਥ ਦੇ ਨਾਲ ਜਿਵੇਂ ਇਹਨਾਂ ਨੇ ਕਿਹਾ ਕਿ ਫੈਜ਼ ਤੇ ਮਾਝਾ ਰਲ ਕੰਮ ਕਰਨ ਤਾਂ ਅਸੀਂ ਇੱਕ ਨਵੀਂ ਗੱਲ ਕਰ ਸਕਦੇ ਹਾਂ। ਮੇਰੀ ਗੁਜ਼ਾਰਿਸ਼ ਰਹੇਗੀ ਕਿ ਇੱਕ ਜੇ ਕੋਈ ਤੁਸੀਂ ਜਾਣ ਲੱਗਿਆ ਆਪਣੀ ਕੋਈ ਅਸੀਸ ਦੇ ਜਾਓ ਤੁਹਾਨੂੰ ਸਾਨੂੰ ਸਾਰਿਆਂ ਨੂੰ ਤਾਂ ਇਹ ਸੈਸ਼ਨ ਕਾਮਯਾਬ ਹੋਏਗਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇਹ 75th ਐਨੀਵਰਸਰੀ ਹੈ ਆਜ਼ਾਦੀ ਦੀ ਵੀ ਔਰ ਪਾਰਟੀਸ਼ਨ ਦੀ ਵੀ, ਤੇ ਮੇਰਾ ਖਿਆਲ ਹੈ ਇਸ ਓਪਰਚੁਨਿਟੀ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਅਸੀਂ ਰੀਵਿਜ਼ਿਟ ਵੀ ਕਰੀਏ ਵਾਟ ਹੈਪਨਡ 75 ਈਅਰਸ ਅਗੋ ਟੂ ਲਰਨ ਆਰ ਲੈਸਨਸ, ਔਰ ਅੱਗੇ ਦਾ ਵੀ ਪਲਾਨ ਕਰੀ ਜਿਹੜੀ ਰੈਜ਼ੀਲੀਅੰਸ ਹੈ ਪੰਜਾਬ ਦੀ, ਔਰ ਉਹਦੇ ਲਈ ਅਸੀਂ ਅਜੋਕਾ ਵੱਲੋਂ ਵੀ ਆਫਰ ਕਰਨੇ ਆ ਟੂ ਹੋਸਟ ਸਮ ਇਵੈਂਟਸ ਫੈਸਟੀਵਲਸ ਜਿਹਦੇ ਵਿੱਚ ਅਸੀਂ ਜਿੰਨਾ ਜੇ ਤਾਂ ਫਿਜ਼ੀਕਲੀ ਐਕਸਚੇਂਜ ਹੋ ਸਕਦਾ ਤੇ ਉਹ ਕਰੀਏ, ਜੇ ਹਾਲਾਤ ਉਹਦੇ ਲਈ ਇਜਾਜ਼ਤ ਨਹੀਂ ਦਿੰਦੇ, ਹਾਲਾਂਕਿ ਮੇਰਾ ਖਿਆਲ ਹੈ ਕਿ ਐਸੀ ਸੂਰਤ ਹਾਲ ਪੈਦਾ ਹੋ ਸਕਦੀ ਹੈ, ਉਹ ਜੇ ਨਹੀਂ ਹੁੰਦੇ ਤੇ ਅਸੀਂ ਆਨਲਾਈਨ ਔਰ ਦੂਸਰੇ ਤਰੀਕੇ ਦੇ ਨਾਲ ਇੱਕ ਐਕਟੀਵਿਟੀ ਜਨਰੇਟ ਕਰੀਏ ਐਂਡ ਮਾਰਕ ਦਿਸ 75th ਐਨੀਵਰਸਰੀ ਐਜ਼ an opportunity to resolve and to reaffirm our quest for common identity and peace. Thank you. ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ। ਔਰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਇਹ ਜਿਹੜਾ ਤੁਸੀਂ ਸੈਸ਼ਨ ਸਾਂਝੇ ਪੰਜਾਬ ਦਾ ਅਸੀਂ ਕੁਐਸਚਨ ਮਾਰਕ ਲੈ ਕੇ ਚੱਲੇ ਸੀ ਕਿ ਕੀ ਕਨਸੈਪਟ ਇਹ ਹੋਏਗਾ, ਮੈਨੂੰ ਲੱਗਦਾ ਹੈ ਕਿ ਤੁਹਾਡੀ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਉਹ ਕੁਐਸਚਨ ਮਾਰਕ ਹਟ ਕੇ ਸਾਈਨ ਆਫ ਐਕਸਕਲੇਮੇਸ਼ਨ ਦੇ ਵਿੱਚ ਆ ਗਿਆ ਕਿ ਜੀ ਇਹ ਹੋਏਗਾ। ਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਮੈਨੂੰ ਅੰਮ੍ਰਿਤਸਰ ਤੋਂ ਸੱਦ ਕੇ ਮਾਣ ਬਖਸ਼ਿਆ। ਤੁਸੀਂ ਸਾਰੇ ਮੇਰੇ ਵੱਡੇ ਭੈਣ ਭਾਈਓ, ਜਿਉਂਦੇ ਰਹੋ। ਪਾਕਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ, ਤੇ ਸੋਹਣਾ ਪੰਜਾਬ ਵਸਦਾ ਰਹੇ। ਬਹੁਤ ਸ਼ੁਕਰੀਆ।